ਲੋਕ ਆਵਾਜ਼ ਮੰਚ ਖੰਨਾ 'ਤੇ ਸਭ ਸਰੋਤਿਆਂ ਦਾ ਸਵਾਗਤ ਹੈ ਜੀ। ਅੱਜ ਦੀ ਵਿਚਾਰ ਚਰਚਾ ਦੇ ਵਿੱਚ ਅਸੀਂ ਗੱਲ ਕਰਾਂਗੇ ਦਿੱਲੀ ਦੇ ਬਾਰਡਰਾਂ 'ਤੇ ਪੰਜਾਬ 'ਚ ਸਾਰੇ ਦੇਸ਼ 'ਚ ਵਰਕੇ ਸਾਰੇ ਵਰਲਡ ਦੇ ਵਿੱਚ ਚੱਲ ਰਹੇ ਕਿਸਾਨ ਸੰਘਰਸ਼ ਦੀ, ਜੋ ਹੁਣ ਕਿਸਾਨ ਸੰਘਰਸ਼ ਨਹੀਂ ਬਲਕਿ ਵੱਡਾ ਲੋਕ ਸੰਘਰਸ਼ ਬਣ ਚੁੱਕਿਆ ਹੈ। ਸਾਡੀ ਸੰਸਥਾ ਦਾ ਵੀ ਅਗਰ ਕਿਸਾਨ ਸੰਘਰਸ਼ਾਂ ਦੀ ਗੱਲ ਕਰੀਏ, ਕਾਨੂੰਨਾਂ ਦੀ ਗੱਲ ਕਰੀਏ, ਇਹ ਸਾਡੀ ਸੰਸਥਾ ਦਾ ਮੰਨਣਾ ਹੈ ਕਿ ਜੇ ਖੇਤੀ ਕਾਨੂੰਨ ਜੋ ਆਰਡੀਨੈਂਸ ਕੇਂਦਰ ਸਰਕਾਰ ਨੇ ਪਾਸ ਕੀਤੇ ਹੈ ਅਗਰ ਉਹ ਲਾਗੂ ਹੋ ਜਾਂਦੇ ਹੈ ਤਾਂ ਅਸੀਂ ਇਹ ਬਿਲਕੁਲ 100% ਮੰਨਦੇ ਹਾਂ ਕਿ ਇਹਨਾਂ ਖੇਤੀ ਕਾਨੂੰਨਾਂ ਦੇ ਲਾਗੂ ਹੋਣ ਨਾਲ ਦੇਸ਼ ਦੇ ਹਰ ਵਰਗ 'ਤੇ, ਹਰ ਵਿਅਕਤੀ 'ਤੇ, ਹਰ ਧੰਦੇ 'ਤੇ ਅਸਰ ਪੈਣਾ ਤੈਅ ਹੈ। ਕਿਉਂਕਿ ਜਿੱਦਾਂ ਕਿਸਾਨਾਂ ਦਾ ਅਸੀਂ ਸੰਘਰਸ਼ ਕਹਿ ਰਹੇ ਸੀ, ਹੁਣ ਇਹ ਲੋਕ ਸੰਘਰਸ਼ ਬਣ ਗਿਆ, ਸਾਰੇ ਲੋਕ ਇਹਦੇ 'ਚ ਸ਼ਾਮਲ ਹੋ ਗਏ। ਇਹਦੇ ਵਿੱਚ ਬੇਸ਼ੱਕ ਕਿਸਾਨਾਂ 'ਤੇ, ਆੜ੍ਹਤੀਆਂ 'ਤੇ, ਵਪਾਰੀਆਂ 'ਤੇ, ਲੇਬਰ 'ਤੇ, ਟਰਾਂਸਪੋਰਟ 'ਤੇ, ਜਿੱਤੇ ਵੀ ਆਪਾਂ ਗਿਣੀਏ ਬੇਸ਼ੱਕ ਸਿੱਧਾ ਅਸਰ ਪੈਂਦਾ ਹੈ, ਲੇਕਿਨ ਹੌਲੀ ਹੌਲੀ ਕੀ ਹੋਏਗਾ, ਹਰ ਵਿਅਕਤੀ 'ਤੇ, ਦੇਸ਼ ਦੇ ਦੁਨੀਆ ਦੇ ਹਰ ਵਿਅਕਤੀ 'ਤੇ ਇਹਨਾਂ ਕਾਨੂੰਨਾਂ ਦਾ ਅਸਰ ਪਏਗਾ। ਕਿਉਂਕਿ ਇਹ ਜਿਹੜੇ ਕਾਨੂੰਨ ਨੇ ਇਹ ਹੌਲੀ ਹੌਲੀ ਜ਼ਹਿਰ ਘੋਲਣਗੇ। ਜਿਵੇਂ ਜਿਵੇਂ ਇਹ ਟਾਈਮ ਪੈਂਦਾ ਜਾਏਗਾ ਤਿਵੇਂ ਇਹਨਾਂ ਕਾਨੂੰਨਾਂ ਦਾ ਅਸਰ ਵੱਧਦਾ ਚਲਿਆ ਜਾਏਗਾ। ਤਾਂ ਜਿਹੜਾ ਇਹ ਸੰਘਰਸ਼ ਹੈ ਇਹ ਹੁਣ ਕਿਸਾਨਾਂ ਦਾ ਨਹੀਂ ਰਹਿ ਗਿਆ, ਇਹ ਸਮੁੱਚੀ ਲੋਕਾਈ ਦਾ ਸੰਘਰਸ਼ ਬਣ ਗਿਆ, ਜਾਣੀ ਕਿ ਹਰ ਵਿਅਕਤੀ ਦਾ ਸੰਘਰਸ਼ ਬਣ ਗਿਆ। ਅਤੇ ਅਸੀਂ ਇਹ ਬਿਲਕੁਲ ਮੰਨਦੇ ਹਾਂ ਵੀ ਅਗਰ ਇਹਨਾਂ ਦੀ ਕਾਨੂੰਨਾਂ ਦੀ ਜਿਵੇਂ ਰੂਪ ਰੇਖਾ ਤਿਆਰ ਕੀਤੀ ਗਈ ਹੈ, ਜਿਵੇਂ ਕਾਨੂੰਨਾਂ ਦੇ ਬਾਰੇ ਸੁਣਨ ਨੂੰ ਮਿਲਦਾ, ਜਿਵੇਂ ਕਾਨੂੰਨਾਂ ਦੇ ਬਾਰੇ ਪੜ੍ਹਿਆ ਜਾਂਦਾ, ਦੇਖਿਆ ਜਾਂਦਾ, ਚਾਹੇ ਉਹ MSP ਦੀ ਗੱਲ ਲੈ ਲਓ, ਚਾਹੇ ਆਪਣਾ APMC ਦੀ ਗੱਲ ਲੈ ਲਓ, ਚਾਹੇ ਮੰਡੀਕਰਨ ਦੀ ਗੱਲ ਲੈ ਲਓ, ਮਤਲਬ ਕਿ ਹਰ ਚੀਜ਼ ਦੇ ਉੱਤੇ ਇਹਨੇ ਅਸਰ ਪਾਉਣਾ ਹੈ। ਜਦੋਂ ਕੋਈ ਸਾਡੇ ਕੋਲ ਹੀਲਾ ਵਸੀਲਾ ਨਹੀਂ ਬਚਣਾ, ਹੌਲੀ ਇਹਨੇ ਜਕੜ ਲੈਣਾ, ਜਾਣੀ ਕਿ ਹਰ ਵਿਅਕਤੀ ਨੂੰ ਇਹਨੇ ਆਪਣੀ ਜਕੜ ਦੇ ਵਿੱਚ ਲੈ ਲੈਣਾ ਇਹਨਾਂ ਕਾਨੂੰਨਾਂ ਨੇ। ਤਾਂ ਅਸੀਂ ਇਹ ਕਾਨੂੰਨਾਂ ਦਾ ਇਸ ਕਰਕੇ ਅੱਜ ਦੀ ਜਿਹੜੀ ਵਿਚਾਰ ਚਰਚਾ ਹੈ ਇਹਦੇ 'ਤੇ ਗੱਲ ਕਰਾਂਗੇ ਕਿ ਕੀ ਸੰਘਰਸ਼ ਦੀ ਰੂਪ ਰੇਖਾ ਚੱਲ ਰਹੀ ਹੈ, ਕਿੰਨਾ ਕੁ ਲੋਕਾਂ ਦੇ ਵਿੱਚ ਇਹਦੇ ਵਿੱਚ ਉਤਸ਼ਾਹ ਹੈ, ਕਿੰਨਾ ਕੁ ਲੋਕ ਮਜਬੂਰੀ ਬਸ ਬੈਠੇ ਨੇ, ਹਰ ਬੰਦਾ ਉੱਥੇ ਸ਼ੌਂਕ ਨੂੰ ਨਹੀਂ ਬੈਠਾ, ਉਹਨਾਂ ਨੂੰ ਦਿਸਦਾ ਪਿਆ ਸਾਰਾ ਕੁਝ ਦਿਸਦਾ ਪਿਆ ਵੀ ਇਹਨਾਂ ਕਾਨੂੰਨਾਂ ਦਾ ਕੀ ਅਸਰ ਪਏਗਾ। ਤਾਂ ਮੇਰੇ ਨਾਲ ਅੱਜ ਮੌਜੂਦ ਨੇ ਸਾਡੀ ਸੰਸਥਾ ਦੇ ਸੀਨੀਅਰ ਮੈਂਬਰ ਐਂਡ ਪ੍ਰੈਸ ਸਕੱਤਰ ਸ਼੍ਰੀ ਅਵਤਾਰ ਸਿੰਘ ਜੀ ਮਾਨ। ਮੈਂ ਸਭ ਤੋਂ ਪਹਿਲਾਂ ਇਹਨਾਂ ਤੋਂ ਹੀ ਗੱਲ ਸ਼ੁਰੂ ਕਰਨੀ ਚਾਹਾਂਗਾ। ਅਵਤਾਰ ਸਿੰਘ ਜੀ, ਤੁਹਾਡੇ ਹਿਸਾਬ ਨਾਲ ਇਹ ਖੇਤੀ ਜਿਹੜੇ ਕਾਨੂੰਨ ਨੇ ਜੋ ਉੱਥੇ ਦਿੱਲੀ ਦੇ ਬਾਰਡਰਾਂ 'ਤੇ ਮਤਲਬ ਲੋਕਾਂ ਦਾ ਹਜੂਮ, ਲੋਕਾਂ ਦਾ ਇਕੱਠ, ਲੋਕਾਂ ਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਕਾਨੂੰਨਾਂ ਦੇ ਅਗੇਂਸਟ, ਉਹਦੇ 'ਚ ਤੁਸੀਂ ਇਹਦੇ 'ਚ ਕੋਈ ਵੱਖਰੀ ਮਤਲਬ ਤੁਹਾਨੂੰ ਕੀ ਲੱਗਦਾ ਵੀ ਇਹਦੇ 'ਚ ਕਿਆ ਨਵੀਂ ਚੀਜ਼ ਹੈ, ਇਹਦੇ ਵਿੱਚ ਇਹ ਤੁਸੀਂ ਕੀ ਮੰਨਦੇ ਹੋ ਤੁਸੀਂ? ਨਮਸਕਾਰ ਜੀ ਬਾਂਸਲ ਸਾਹਿਬ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿਸਾਨਾਂ ਦੇ ਅੰਦੋਲਨ ਦੀ, ਇਹ ਅੰਦੋਲਨ ਇੱਕ ਬਹੁਤ ਹੀ ਉੱਚੇ ਦਰਜੇ 'ਤੇ ਚੱਲ ਰਿਹਾ ਇਸ ਟਾਈਮ 'ਤੇ। ਪਰ ਇਹਦੇ 'ਚ ਇੱਕ ਖਾਸ ਚੀਜ਼ ਦੇਖਣ ਨੂੰ ਮਿਲੀ ਹੈ ਕਿ ਇਹਦੇ 'ਚ ਨੌਜਵਾਨ ਵਰਗ ਵੀ, ਬਜ਼ੁਰਗ, ਸੀਨੀਅਰ ਸਿਟੀਜ਼ਨ ਜਿਹਨੂੰ ਆਪਾਂ ਕਹਿ ਲਈਏ, ਬੱਚੇ ਵੀ, ਮਹਿਲਾਵਾਂ ਵੀ, ਸਾਰੇ ਵੱਧ ਚੜ੍ਹ ਕੇ ਹਿੱਸਾ ਪਾ ਰਹੇ ਨੇ। ਪਰ ਸਾਰੇ ਆਪਣਾ ਕੰਮ ਕਰ ਰਹੇ ਨੇ। ਜਿਸ ਤਰ੍ਹਾਂ ਨੌਜਵਾਨ ਵਰਗ ਹੈ ਉਹਨਾਂ ਨੇ ਪੂਰਾ ਬੰਦੋਬਸਤ ਦਾ ਕੰਮ ਸੰਭਾਲਿਆ ਹੋਇਆ ਹੈ, ਚਾਹੇ ਉਹ ਬੈਰੀਕੇਡ ਹਟਾਉਣ ਦਾ ਕੰਮ ਹੋਵੇ, ਚਾਹੇ ਉੱਥੇ ਰਹਿਣ ਦੀ ਵਿਵਸਥਾ ਕਰਨ ਦਾ ਕੰਮ ਹੋਵੇ, ਔਰ ਚਾਹੇ ਉੱਥੇ ਬੱਚਿਆਂ ਨੂੰ ਸੰਭਾਲਣਾ ਜਾਂ ਔਰਤਾਂ ਨੂੰ ਸੰਭਾਲਣ ਦਾ ਕੰਮ ਹੋਵੇ। ਇੱਕ ਬਹੁਤ ਅੱਛਾ ਸਿਸਟਮ ਬਣਿਆ ਉਹਨਾਂ ਦਾ। ਔਰ ਜਿਹੜੇ ਬਜ਼ੁਰਗ ਨੇ ਜਾਂ ਸੀਨੀਅਰ ਸਿਟੀਜ਼ਨ ਨੇ ਉਹਨਾਂ ਨੇ ਪੂਰੀ ਕਮਾਂਡ ਆਪਣੇ ਹੱਥ ਸੰਭਾਲੀ ਹੋਈ ਆ। ਔਰ ਜੋ ਵੀ ਕਿਸੇ ਨਾਲ ਗੱਲ ਕਰਨੀ ਹੈ ਜਾਂ ਕਿਸੇ ਨੂੰ ਪੁੱਛਣਾ ਹੈ ਜਾਂ ਕਿਸੇ ਦਾ ਕੋਈ ਆਪਸ ਵਿੱਚ ਹੀ ਉਹਨਾਂ ਨੇ ਰਾਏ ਵੀ ਕਰਨੀ ਆ, ਉਹ ਸੀਨੀਅਰ ਸਿਟੀਜ਼ਨ ਜਿੰਨੇ ਵੀ ਨੇ ਸਾਰੇ ਆਪਸ ਵਿੱਚ ਹੀ ਗੱਲ ਕਰਦੇ ਨੇ। ਕੋਈ ਕਿਸੇ ਦੇ ਕੰਮ ਦੇ ਵਿੱਚ ਦਖਲਅੰਦਾਜ਼ੀ ਨਹੀਂ ਕਰਦਾ। ਨੌਜਵਾਨ ਆਪਣਾ ਕੰਮ ਕਰ ਰਹੇ ਨੇ ਔਰ ਸੀਨੀਅਰ ਸਿਟੀਜ਼ਨ, ਸੀਨੀਅਰ ਕਿਸਾਨ ਨੇਤਾ ਜਿਹੜੇ ਆ ਉਹ ਆਪਣਾ ਕੰਮ ਕਰ ਰਹੇ ਨੇ। ਇੱਕ ਇਹ ਬਹੁਤ ਅੱਛੀ ਗੱਲ ਲੱਗੀ ਹੈ। ਮਾਨ ਸਾਹਿਬ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਵੀ ਜਿਹੜਾ ਇਹ ਸੰਘਰਸ਼ ਹੈ ਇਹਨੂੰ ਬੜੀ ਤਰਤੀਬਵਾਰ ਜਿਹੜੀ ਇੱਕ ਵਿਲੱਖਣ ਚੀਜ਼ ਮਿਲੀ ਆ। ਨਹੀਂ ਵੀ ਆਮ ਸੰਘਰਸ਼, ਆਮ ਰੈਲੀਆਂ, ਧਰਨੇ, ਮੁਜ਼ਾਹਰੇ ਹੁੰਦੇ ਆਪਾਂ ਬਹੁਤ ਦੇਖੇ ਆ, ਲੇਕਿਨ ਇਹ ਸੰਘਰਸ਼ ਦੇ ਵਿੱਚ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਵੀ ਜਿਹੜੀ ਸੰਘਰਸ਼ ਦੇ ਵਿੱਚ ਇੱਕ ਵਿਲੱਖਣ ਚੀਜ਼ ਹੈ ਵੀ ਜੋ ਪ੍ਰਬੰਧ ਨੇ, ਜੋ ਇੰਤਜ਼ਾਮ ਨੇ, ਜਿੱਥੇ ਮਤਲਬ ਕਿ ਜ਼ੋਰ ਦੀ ਲੋੜ ਹੈ, ਜਿੱਥੇ ਜੋਸ਼ ਦੀ ਲੋੜ ਹੈ, ਉਹ ਜਿਹੜੀ ਕਮਾਂਡ ਹੈ ਅਸੀਂ ਦੇਖਦੇ ਹਾਂ ਵੀ ਸਾਰੀ ਨੌਜਵਾਨਾਂ ਨੂੰ ਦਿੱਤੀ ਹੋਈ ਹੈ। ਨਹੀਂ ਆਮ ਕਰਕੇ ਕੀ ਸਮਝਿਆ ਜਾਂਦਾ ਵੀ ਨੌਜਵਾਨ ਤਾਂ ਜੀ ਹੁੱਲੜਬਾਜੀ ਕਰਨਗੇ ਜੀ, ਇਹਨਾਂ ਨੇ ਕੋਈ ਸਿਸਟਮ ਵਿਗਾੜ ਦੇਣਾ ਜੀ, ਇਹਨਾਂ ਨੇ ਇਹੋ ਜਿਹੀਆਂ ਗੱਲਾਂ ਕਰ ਦੇਣੀਆਂ। ਉੱਥੇ ਦੇਖਣ ਨੂੰ ਇਹੋ ਜਿਹਾ ਕੁਛ ਨਹੀਂ ਮਿਲ ਰਿਹਾ ਵੀ ਉੱਥੇ ਸਿਰਫ ਕੀ ਦੇਖਣ ਨੂੰ ਮਿਲ ਰਿਹਾ ਵੀ ਜੋ ਪ੍ਰਬੰਧ ਨੇ, ਜਿੰਨੇ ਉੱਥੇ ਇੰਤਜ਼ਾਮ ਨੇ, ਜਿੱਥੇ ਜ਼ੋਰ ਦੀ ਲੋੜ ਹੈ, ਜਿੱਥੇ ਜੋਸ਼ ਦੀ, ਉਹ ਸਾਰਾ ਨੌਜਵਾਨਾਂ ਦੇ ਹਵਾਲੇ ਕੀਤਾ ਹੋਇਆ। ਅਤੇ ਜਿਹੜੀ ਕਮਾਂਡ ਹੈ, ਚਾਹੇ ਉਹ ਫੈਸਲੇ ਲੈਣ ਦੀ ਕਮਾਂਡ ਹੈ, ਚਾਹੇ ਸਰਕਾਰ ਨਾਲ ਮੀਟਿੰਗਾਂ ਕਰਨ ਦੀ ਕਮਾਂਡ ਹੈ,
ਚਾਹੇ ਉਹਦੇ ਵਿੱਚ ਆਪਣਾ ਅਸੈਪਟ ਕਰਨ ਦੀ ਕਮਾਂਡ ਹੈ ਜੋ ਸੱਦੇ ਆਉਂਦੇ ਨੇ ਸਰਕਾਰ ਦੇ, ਚਾਹੇ ਉੱਥੇ ਡਿਮਾਂਡਾਂ ਰੱਖਣ ਦੀ ਕਮਾਂਡ ਹੈ ਵੀ ਸਾਨੂੰ ਕੀ ਸਾਡੀ ਡਿਮਾਂਡ ਹੈ, ਕੀ ਅਸੀਂ ਚਾਹੁੰਦੇ ਹਾਂ, ਕੀ ਅਸੀਂ ਕਰਾਉਣਾ ਚਾਹੁੰਦੇ ਹਾਂ, ਉਹ ਸਾਰੇ ਲੀਡਰਾਂ ਨੇ ਆਪਣੇ ਹੱਥ 'ਚ ਕਮਾਂਡ ਰੱਖੀ ਹੈ। ਤਾਂ ਜਿੰਨੇ ਵੀ ਉੱਥੇ ਮੇਰੇ ਖਿਆਲ 35-40 ਤੋਂ ਕਿਤੇ ਵੱਧ ਲੀਡਰਾਂ ਦੇ ਜਿਹੜਾ ਯੂਨਿਟ ਬਣਿਆ ਹੋਇਆ ਜਿਹੜਾ ਉਹਨਾਂ ਦੇ ਵਿੱਚ ਪੂਰੀ ਮਤਲਬ ਇੱਕ ਤਰ੍ਹਾਂ ਦਾ ਇਕਜੁੱਟਤਾ, ਇੱਕ ਸਹਿਮਤੀ ਦੇਖਣ ਨੂੰ ਮਿਲ ਰਹੀ ਹੈ। ਉਹਨਾਂ ਨੇ ਸਾਰੀ ਕਮਾਂਡ ਆਪਣੇ ਹੱਥ 'ਚ ਰੱਖੀ ਹੋਈ ਹੈ। ਤਾਂ ਕਿਸੇ ਵੀ ਵਿਅਕਤੀ ਨੂੰ ਉੱਥੇ ਜੀ ਮਤਲਬ ਕਿ ਕੋਈ ਇੱਦਾਂ ਦਾ ਨਹੀਂ ਦੇਖਣ ਨੂੰ ਮਿਲਿਆ ਵੀ ਕਿਸੇ ਦੀ ਅਲੱਗ ਸੁਰ ਕੋਈ ਲਾਪਤਾ ਹੋਵੇ, ਵੀ ਇਹ ਵਿਲੱਖਣ ਚੀਜ਼ ਮਿਲੀ ਆ ਉੱਥੇ ਵੀ ਜਿਹੜਾ ਜੋਸ਼ ਵਾਲਾ ਕੰਮ ਹੈ ਉਹ ਸਾਰਾ ਨੌਜਵਾਨਾਂ ਦੇ ਕੋਲੇ ਆ, ਜਿਹੜਾ ਪਲੈਨਿੰਗ ਵਾਲਾ ਕੰਮ ਹੈ, ਜਿਹੜਾ ਮੀਟਿੰਗਾਂ ਕਰਨ ਵਾਲਾ ਕੰਮ ਹੈ, ਜਿੱਥੇ ਦੇਖਣਾ ਵੀ ਸਾਨੂੰ ਕੀ ਚਾਹੀਦਾ ਕੀ ਨਹੀਂ ਚਾਹੀਦਾ, ਉਹ ਸਾਰਾ ਆਪਣੇ ਲੀਡਰਾਂ ਨੇ ਆਪਣੇ ਕਮਾਂਡ ਦੇ ਵਿੱਚ ਹੱਥ 'ਚ ਰੱਖਿਆ ਹੋਇਆ ਹੈ। ਇਸੇ ਕਰਕੇ ਜਿਹੜਾ ਦਿੱਲੀ ਦੇ ਬਾਰਡਰਾਂ 'ਤੇ ਹੁਣ ਜਿਹੜੇ ਲੋਕ ਦਿੱਲੀ ਨੂੰ ਘੇਰੀ ਬੈਠੇ ਆ, ਜਿਹੜੇ ਆਪਣੇ ਦੇਸ਼ ਵਾਸੀ ਘੇਰੀ ਬੈਠੇ ਆ, ਜਿਹਦੇ ਵਿੱਚ ਹਰ ਵਰਗ ਦਾ ਲੋਕ, ਮਤਲਬ ਆਪਾਂ ਇਹ ਨਹੀਂ ਕਹਿ ਸਕਦੇ ਵੀ ਇਹ ਸਮਾਜਿਕ ਲੋਕਾਂ ਦਾ, ਆਰਥਿਕ ਲੋਕਾਂ ਦਾ, ਫਲਾਣੇ ਦਾ, ਕੈਟਾਗਰੀ 'ਚ ਡਿਵਾਈਡ ਹੀ ਨਹੀਂ ਕੀਤਾ ਜਾ ਸਕਦਾ। ਹੁਣ ਉੱਥੇ ਹਰ ਕਿਸਮ ਦਾ ਸੰਘਰਸ਼ ਦੇ ਵਿੱਚ ਵਿਅਕਤੀ ਹੈ, ਉਹ ਆਪਣਾ ਯੋਗਦਾਨ ਪਾ ਰਹੇ ਨੇ, ਜਿਵੇਂ ਦਾ ਕਿਸੇ ਤੋਂ ਯੋਗਦਾਨ ਪੈਂਦਾ ਹੈ, ਚਾਹੇ ਉਹ ਕੋਈ ਲੰਗਰ ਦਾ ਯੋਗਦਾਨ ਪਾ ਰਿਹਾ, ਚਾਹੇ ਕੋਈ ਦਵਾਈਆਂ ਦਾ ਯੋਗਦਾਨ ਪਾ ਰਿਹਾ, ਚਾਹੇ ਉਹ ਸੰਘਰਸ਼ ਦੇ ਵਿੱਚ ਕੋਈ ਸਲਾਹ ਦੇਣ ਦਾ ਯੋਗਦਾਨ ਪਾ ਰਿਹਾ, ਚਾਹੇ ਉਹ ਸਿਸਟਮ ਨੂੰ ਮੇਨਟੇਨ ਦਾ ਯੋਗਦਾਨ ਹੈਗਾ। ਮਤਲਬ ਜਿੰਨੀ ਯੋਗਾ ਕੋਈ ਹੈਗਾ, ਹਰ ਬੰਦੇ ਨੂੰ ਇੱਕ ਜਜ਼ਬਾ ਹੈ ਵੀ ਮੈਂ ਇਹ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਪਾਵਾਂ ਤੇ ਇਹ ਸੰਘਰਸ਼ ਦੇ ਵਿੱਚ ਮੇਰਾ ਵੀ ਕੋਈ ਹਿੱਸਾ ਹੋਵੇ, ਮੇਰੀ ਕੋਈ ਪਾਰਟਿਸਪੇਸ਼ਨ ਹੋਵੇ। ਲੇਕਿਨ ਕੀ ਇਹਦੇ ਵਿੱਚ ਪਰੰਤੂ ਕਈ ਲੋਕ ਕੁਝ ਚੀਜ਼ਾਂ ਸਾਹਮਣੇ ਆਈਆਂ, ਮਾਨ ਸਾਹਿਬ ਕੁਝ ਚੀਜ਼ਾਂ ਸਾਹਮਣੇ ਆ ਰਹੀਆਂ, ਉਹ ਅਸੀਂ ਵੀਡੀਓ 'ਚ ਵੀ ਦੇਖਦੇ ਹਾਂ, TV 'ਤੇ ਵੀ ਦੇਖਦੇ ਹਾਂ ਕਿ ਕੁਝ ਲੋਕ ਉਹ ਚਾਹੇ ਅਸੀਂ ਗੱਲ ਕਰਾਂਗੇ ਵੀ ਜਿਵੇਂ ਸਿਆਸੀ ਲੋਕ ਹੋ ਗਏ ਜਾਂ ਕੁਛ ਹੋਰ ਲੋਕ ਹੋ ਗਏ, ਉਹ ਲੋਕ ਕੀ ਹੈਗਾ ਕਿ ਉਹ ਇਸ ਜਿਹੜਾ ਕਿਸਾਨ ਮੰਚ ਹੈਗਾ, ਉਹ ਕਿਸਾਨ ਸੰਘਰਸ਼ ਹੈਗਾ, ਉਹਦੇ ਵਿੱਚ ਆਪਣੇ ਆਪ ਨੂੰ ਹਾਈਲਾਈਟ ਕਰਨ ਲਈ, ਆਪਣੀ ਗੱਲ ਕਹਿਣ ਨੂੰ ਵੀ ਮੇਰੀ ਗੱਲ ਪਤਾ ਲੱਗੇ ਲੋਕਾਂ ਨੇ ਵੀ ਮੈਂ ਇਹ ਗੱਲ ਕਹੀ ਹੈ, ਆਪਣੀ ਹੋਂਦ ਦਰਸਾਉਣ ਨੂੰ, ਆਪਾਂ ਇਹਨੂੰ ਕਹਾਂਗੇ ਹੋਂਦ ਦਰਸਾਉਣ ਵੀ ਆਪਣੀ ਹੋਂਦ ਦਰਸਾਉਣ ਲਈ ਉਹ ਕੀ ਕਰਦੇ ਆ, ਕਈ ਵਾਰੀ ਐਸੀਆਂ ਗੱਲਾਂ ਮੰਚ 'ਤੇ ਕਰ ਜਾਂਦੇ ਆ, ਉਹ ਇਸ ਦੀ ਮਰਿਆਦਾ, ਇਸ ਦਾ ਜਿਹੜਾ ਸਿਸਟਮ ਦਾਇਰਾ, ਉਹ ਆਪਣਾ ਦਾਇਰਾ ਵੀ ਭੁੱਲ ਜਾਂਦੇ ਨੇ ਵੀ ਮੈਂ ਇਹ ਗੱਲ ਇਸ ਸੰਘਰਸ਼ ਦੇ ਟੇਬਲ 'ਤੇ ਮੈਨੂੰ ਕਹਿਣੀ ਚਾਹੀਦੀ ਹੈ ਕਿ ਨਹੀਂ ਕਹਿਣੀ ਚਾਹੀਦੀ, ਇਸ ਸੰਘਰਸ਼ ਦੇ ਉੱਤੇ ਇਹ ਗੱਲ ਦਾ ਕੀ ਅਸਰ ਪਵੇਗਾ, ਕੀ ਮਾੜਾ ਅਸਰ ਪੈ ਸਕਦਾ ਹੈ। ਕਈ ਚੀਜ਼ਾਂ ਐਸੀਆਂ ਸਾਹਮਣੇ ਆ ਰਹੀਆਂ ਨੇ, ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਸੁਰਤਾਂ ਨਾਲ ਸਾਰੀਆਂ ਚੀਜ਼ਾਂ 2-3 ਚੀਜ਼ਾਂ ਸਾਂਝੀਆਂ ਕਰਾਂਗੇ, ਜਿਹਦੇ ਵਿੱਚ ਮੈਂ ਕਹੂੰਗਾ ਵੀ ਕਿਸਾਨ ਸੰਘਰਸ਼ ਦੇ ਜਾਂ ਲੋਕਾਂ ਦੇ ਸੰਘਰਸ਼ ਦੇ ਮੰਚ ਦੇ ਉੱਤੇ ਇਹ ਚੀਜ਼ਾਂ ਕੰਟਰੋਵਰਸੀ ਵਾਲੀਆਂ ਉੱਥੇ ਨਹੀਂ ਹੋਣੀਆਂ ਚਾਹੀਦੀਆਂ, ਜਿਹੜੀਆਂ ਮੈਂ ਤੁਹਾਡੇ ਨਾਲ ਵੀਡੀਓ ਕਲਿੱਪਾਂ ਰਾਹੀਂ ਵੀ ਆਪਾਂ ਸਾਂਝੀਆਂ ਕਰਾਂਗੇ। ਜਿਹੜੀ ਗੱਲ ਉਹ, ਕਿਉਂਕਿ ਮੂੰਹ ਬੋਲ ਦੀ ਤਸਵੀਰ ਆਪਾਂ ਪੇਸ਼ ਕਰਨੀ ਹੁੰਦੀ ਹੈ, ਸਾਡੇ ਮੰਚ ਦਾ ਅਸੂਲ ਹੈ ਵੀ ਜੋ ਵੀ ਆਪਾਂ ਗੱਲ ਕਰਦੇ ਹਾਂ ਉਹ ਆਪਾਂ ਲੋਕ ਆਵਾਜ਼ ਮੰਚ ਖੰਨਾ ਤੋਂ ਜਿਹੜੀ ਵੀ ਗੱਲ ਕਰਦੇ ਹਾਂ ਉਹ ਗੱਲ ਬਿਲਕੁਲ ਐਵੀਡੈਂਸ ਨਾਲ ਗੱਲ ਕਰਦੇ ਹਾਂ ਉਹਦੇ ਤਾਂ ਕਿ, ਕਿਉਂਕਿ ਅਸੀਂ ਆਪਣੇ ਕੋਲੋਂ ਬਣਾ ਕੇ ਨਹੀਂ ਕੋਈ ਗੱਲ ਕਰਦੇ, ਜੋ ਗੱਲ ਸਾਡੇ ਕੋਲੇ ਬਿਲਕੁਲ ਲੋਕਾਂ ਦੇ ਸਾਹਮਣੇ ਆਈ ਹੋਈ ਆ, ਜੋ ਲੋਕਾਂ ਦੇ ਸਾਹਮਣੇ ਸੱਚ ਆਇਆ ਹੋਇਆ, ਉਹ ਸੱਚ ਨੂੰ ਉਜਾਗਰ ਕਰਨ ਦੇ ਆਪਣਾ ਇੱਕ ਮੰਚ ਹੈਗਾ ਇਹ, ਜਿਹਦੇ ਵਿੱਚ ਆਪਾਂ ਹਰ ਕਿਸਮ ਦੀ ਗੱਲ ਕਹਿੰਦੇ ਆ, ਚੰਗੀ ਵੀ, ਜੇ ਉੱਥੇ ਠੀਕ ਹੈ ਉਹਦੀ ਹੱਲਾਸ਼ੇਰੀ ਆ, ਜੇ ਉੱਥੇ ਕੋਈ ਠੀਕ ਹੋ ਰਿਹਾ ਤਾਂ ਉਹਨੂੰ ਅਸੀਂ ਕੰਡੈਮ ਵੀ ਕਰਦੇ ਹਾਂ। ਤਾਂ ਇਸ ਕਰਕੇ ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ ਹੈ ਕਿ ਉਸ ਸੰਘਰਸ਼ ਦੇ ਵਿੱਚ ਕੁਝ ਚੀਜ਼ਾਂ ਐਸੀਆਂ ਦੇਖਣ ਨੂੰ ਮਿਲੀਆਂ ਜਿਹਦੇ ਵਿੱਚ ਬੋਲਣ ਵਾਲਾ ਬੰਦਾ, ਕੋਈ ਜਿਵੇਂ ਕੋਈ ਗਾਇਕ ਹੋ ਗਿਆ, ਕੋਈ ਪੋਲੀਟੀਸ਼ੀਅਨ ਹੋ ਗਿਆ, ਕੋਈ ਇੱਦਾਂ ਦੀਆਂ ਚੀਜ਼ਾਂ ਤੁਹਾਨੂੰ ਦਿਖਾਵਾਂਗੇ ਅਸੀਂ, ਅਤੇ ਸਰੋਤਿਆਂ ਨਾਲ ਸਾਰੀਆਂ ਗੱਲਾਂ ਆਪਾਂ ਸਾਂਝੀਆਂ ਕਰਨ ਵਾਸਤੇ ਇੱਥੇ ਬੈਠੇ ਹਾਂ ਵੀ ਉਹਦੇ ਵਿੱਚ ਨਾ ਕੁਝ ਚੀਜ਼ਾਂ ਐਸੀਆਂ ਦੇਖਣ ਨੂੰ ਮਿਲਦੀਆਂ ਜਿਹਦੇ ਵਿੱਚ ਲੋਕ ਬੋਲਣ ਦੇ ਸਮੇਂ ਆਪਣੀ ਹੋਂਦ ਦਰਸਾਉਣ ਲੱਗਿਆਂ ਵੀ ਮੈਂ ਵੀ ਇੱਥੇ ਮੌਜੂਦ ਹਾਂ, ਮੈਂ ਵੀ ਇਹ ਗੱਲ ਕਹੀ ਹੈ, ਉਹ ਦਰਸਾਉਣ ਦੇ ਮਾਰੇ ਕੀ ਕਰਦੇ ਆ, ਜੋਸ਼ ਦੇ ਵਿੱਚ ਆਪਣੀ ਹੋਸ਼ ਭੁੱਲ ਜਾਂਦੇ ਆ ਅਤੇ ਉਹ ਇਹੀ ਜਿਹੀ ਗੱਲ ਕਹਿ ਬੈਠਦੇ ਆ ਜਿਹਦੇ ਗੱਲ ਦੇ ਉੱਤੇ ਕਿੰਤੂ ਪਰੰਤੂ ਹੋਣੇ ਲਾਜ਼ਮੀ ਹੋ ਜਾਂਦੇ ਨੇ। ਉਹ ਇਹ ਭੁੱਲ ਜਾਂਦੇ ਨੇ ਵੀ ਸਾਡਾ ਇੱਕ ਲਫ਼ਜ਼ ਕਿਹਾ, ਸਾਡੀ ਇਹ ਗੱਲ ਕਹੀ, ਇਹ ਕਿੰਨਾ ਵੱਡਾ ਬਖੇੜਾ ਖੜਾ ਕਰ ਸਕਦਾ ਹੈ, ਕਿਸਾਨ ਸੰਘਰਸ਼ ਦਾ ਕਿੰਨਾ ਵੱਡਾ ਨੁਕਸਾਨ ਕਰ ਸਕਦਾ ਹੈ। ਤਾਂ ਉਹ ਜਿਹੜੀਆਂ ਚੀਜ਼ਾਂ ਨੇ ਸਾਨੂੰ ਨਹੀਂ ਲੱਗਦਾ ਵੀ ਉਹ ਠੀਕ ਨੇ। ਤਾਂ ਅਸੀਂ ਸਾਡੇ ਸਰੋਤਿਆਂ ਨਾਲ ਸਾਰਿਆਂ ਨਾਲ ਅਸੀਂ ਜਿਹੜੀ ਹੈਗੀ ਹੈ 1-2 ਵੀਡੀਓ ਕਲਿੱਪ ਸ਼ੇਅਰ ਕਰਾਂਗੇ ਜਿਹਦੇ ਵਿੱਚ ਉਹ ਜਿਹੜੀਆਂ ਗੱਲਾਂ ਕਹੀਆਂ ਗਈਆਂ ਆਪਣੀ ਹੋਂਦ ਕਹੀਆਂ ਗਈਆਂ, ਉਹ ਆਪਣੀ ਹੋਂਦ ਦਰਸਾਉਣ ਨੂੰ, ਆਪਣੀ ਲਿਮਟ ਤੋਂ ਬਾਹਰ ਜਾ ਕੇ, ਆਪਣੇ ਦਾਇਰੇ ਤੋਂ ਬਾਹਰ ਜਾ ਕੇ, ਆਪਣੀ ਹੈਸੀਅਤ ਤੋਂ ਬਾਹਰ ਜਾ ਕੇ ਉਹ ਚੀਜ਼ਾਂ ਜਿਹੜੀਆਂ ਕਹੀਆਂ ਗਈਆਂ ਉਹ ਕੰਟਰੋਵਰਸੀ ਦਾ ਵਿਸ਼ਾ ਬਣੀਆਂ। ਚਾਹੇ ਉਹਨਾਂ ਨੂੰ ਕਿਸਾਨ ਲੀਡਰਾਂ ਨੇ ਕੰਡੈਮ ਕੀਤਾ, ਕਿਸਾਨ ਲੀਡਰਾਂ ਨੇ ਕੰਡੈਮ ਕੀਤਾ ਵੀ ਇਹ ਜਿਹੜੀ ਗੱਲ ਕਹੀ ਹੋਈ ਹੈ, ਇਹ ਜਿਹੜੇ ਬੰਦੇ ਨੇ ਕਹੀ ਹੈ ਤਾਂ ਉਹ ਇੱਥੇ ਆ ਕੇ ਕਹੇ, ਸਾਡੀ ਸਟੇਜ 'ਤੇ ਆ ਕੇ ਕਹੇ। ਤੁਹਾਨੂੰ ਮੈਂ ਇੱਕ ਵੀਡੀਓ ਕਲਿੱਪ ਇਹ ਵੀ ਦਿਖਾਵਾਂਗਾ ਸਰੋਤਿਆਂ ਨੂੰ, ਜਿਹਦੇ ਵਿੱਚ ਕਿਸਾਨ ਸੰਘਰਸ਼ ਨੇ ਕਿਹਾ ਵੀ ਜੇ ਇਹ ਗੱਲ ਕਹੀ ਹੈ ਤਾਂ ਇੱਥੇ ਸਾਡੀ ਸਟੇਜ 'ਤੇ ਕਹਿ ਕੇ ਦਿਖਾਓ, ਠੀਕ ਹੈ। ਦੂਜੀ ਗੱਲ ਇੱਕ ਹੋਰ, ਜਿਹੜੀ ਵੀ ਜੇ ਕੋਈ ਗੱਲ ਕਹਿੰਦੇ ਆ ਤਾਂ ਉਹ ਗੱਲ ਦਾ ਅਸਰ ਕਿੱਧਰ ਜਾਂਦਾ ਹੈ। ਅਸੀਂ ਸੰਘਰਸ਼ ਦੇ ਵਿੱਚ ਲੋਕਾਂ ਦਾ ਜ਼ੋਰ ਲੱਗਿਆ ਪਿਆ ਪੂਰਾ, ਬੱਚੇ ਬੁੱਢੇ ਬਜ਼ੁਰਗ ਜਿੰਨੇ ਵੀ ਹੈਗੇ ਆ, ਨੌਜਵਾਨ, ਸਭ ਦਾ ਜ਼ੋਰ ਲੱਗਿਆ ਪਿਆ ਇਸ ਟਾਈਮ ਕਿ ਵੀ ਸੈਂਟਰ ਦੇ ਜਿਹੜੇ ਕਾਨੂੰਨ ਨੇ ਅਸੀਂ ਰੱਦ ਕਰਾਉਣੇ ਨੇ। ਇਸ ਗੱਲ 'ਤੇ ਵਜਿੱਦ ਨੇ, ਸਾਰਾ ਦੇਸ਼ ਇਸ ਗੱਲ 'ਤੇ ਵਜਿੱਦ ਹੈ, ਕਿਉਂਕਿ ਉਹਨੂੰ ਦੀਂਦਾ ਪਿਆ ਵੀ ਜੇ ਕਾਨੂੰਨ ਲਾਗੂ ਹੋ ਗਏ ਤਾਂ ਸਾਡਾ ਇਹਦੇ ਵਿੱਚ
ਨੁਕਸਾਨ ਬਹੁਤ ਜ਼ਿਆਦਾ ਨੁਕਸਾਨ ਹੋਣਾ ਹੈ। ਤਾਂ ਹੁਣ ਅਸੀਂ ਤੁਹਾਨੂੰ ਦੋ ਤਿੰਨ ਵੀਡੀਓ ਕਲਿੱਪ ਸਰੋਤਿਆਂ ਦੇ ਸਾਹਮਣੇ ਸਾਂਝੇ ਕਰਾਂਗੇ ਜਿਹਦੇ ਵਿੱਚ ਕੰਟਰੋਵਰਸੀ ਵਾਲੀਆਂ ਗੱਲਾਂ ਕੀਤੀਆਂ ਗਈਆਂ ਕਿਸਾਨ ਸੰਘਰਸ਼ ਦੇ ਨਾਂ ਦੇ ਉੱਤੇ। ਮੈਂ ਇਹ ਕਹੂੰਗਾ ਕਿਸਾਨ ਸੰਘਰਸ਼ ਦੇ ਮੰਚ ਨੂੰ ਵਰਤ ਕੇ ਉਹ ਕਿਸਾਨ ਸੰਘਰਸ਼ ਦੀ ਆੜ ਦੇ ਵਿੱਚ ਵੀ ਉਹ ਗੱਲਾਂ ਨੇ ਜਿਹੜੀਆਂ ਕਹਿ ਤਾਂ ਦਿੱਤੀਆਂ, ਪਰ ਇਹ ਨਹੀਂ ਦੇਖਿਆ ਵੀ ਇਹ ਦਾਇਰਾ ਸਾਡਾ ਹੈ, ਸਾਡਾ ਇੰਨਾ ਵਜੂਦ ਹੈ, ਸਾਡੇ ਇੰਨੇ ਪੈਰ ਭਾਰ ਚੱਲਦੇ ਨੇ, ਜੋ ਅਸੀਂ ਕੋਈ ਗੱਲ ਕੀਤੀ ਹੈ ਉਹ ਕਰਨੀ ਬਣਦੀ ਹੈ ਕਿ ਨਹੀਂ ਕਰਨੀ ਬਣਦੀ ਹੈ। ਤਾਂ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਇੱਕ ਵੀਡੀਓ ਕਲਿੱਪ ਦਿਖਾਵਾਂਗੇ ਜਿਹਦੇ ਵਿੱਚ ਪੰਜਾਬੀ ਫਿਲਮਾਂ ਦੇ ਚਰਚਿਤ ਜੋ ਹੈਗੇ ਆ ਚਿਹਰਾ ਯੋਗਰਾਜ ਸਿੰਘ, ਜਿਹਨੂੰ ਸਾਰਿਆਂ ਦਾ ਨੋਨ ਚਿਹਰਾ ਹੈ, ਉਹਨਾਂ ਨੇ ਸਟੇਜ ਕਿਸਾਨ ਸੰਘਰਸ਼ ਦੇ ਵਿੱਚ ਸਪੀਚ ਦੇਣ ਲੱਗਿਆਂ, ਸੰਘਰਸ਼ ਦੇ ਵਿੱਚ ਬੋਲਣ ਲੱਗਿਆਂ, ਹੁਣ ਮੈਂ ਮਤਲਬ ਲਫ਼ਜ਼ ਮੈਨੂੰ ਇਹ ਵਰਤਣਾ ਪੈਣਾ ਹੈ ਵੀ ਜਿਹਨੂੰ ਅਸੀਂ ਕਹੀਏ ਵੀ ਆਪਣੀ ਜੋਸ਼ ਦੇ ਵਿੱਚ ਹੋਸ਼ ਨੂੰ ਭੁੱਲ ਜਾਣਾ ਤੇ ਫਿਰ ਉਹ ਗੱਲ ਕਰ ਦੇਣੀ ਜਿਹਨੂੰ ਅਸੀਂ ਫੋਕੀਆਂ ਫੜਾਂ ਵੀ ਕਹਿ ਸਕਦੇ ਹਾਂ, ਜਿਹਨੂੰ ਅਸੀਂ ਵੱਡੇ ਵੱਡੇ ਦਾਅਵੇ ਕਹਿ ਸਕਦੇ ਹਾਂ, ਜਿਹਦੇ ਵਿੱਚ ਅਸੀਂ ਕੋਈ ਐਸੀ ਸਟੇਟਮੈਂਟ ਦੇ ਦਿੰਦੇ ਹਾਂ ਜਿਹੜੀ ਕਿ ਉਹ ਕਿਸਾਨ ਸੰਘਰਸ਼ ਦੇ ਬਿਲਕੁਲ ਹੱਕ 'ਚ ਨਹੀਂ ਜਾਂਦੀ, ਉਹਦਾ ਕਿਸਾਨ ਸੰਘਰਸ਼ ਨੂੰ ਕੋਈ ਲਾਹਾ ਨਹੀਂ ਹੈ, ਕਿਸਾਨ ਸੰਘਰਸ਼ ਵਿੱਚ ਉਹਦਾ ਕੋਈ ਯੋਗਦਾਨ ਨਹੀਂ ਉਹ ਗੱਲ ਦਾ, ਨਾ ਉਹਦਾ ਕਿਸਾਨ ਸੰਘਰਸ਼ ਨਾਲ ਕੋਈ ਲਿੰਕ ਹੈ। ਤਾਂ ਉਹ ਗੱਲਾਂ ਉਹ ਇਹੋ ਜਿਹੀਆਂ ਗੱਲਾਂ ਕਹੀਆਂ ਜਿਹਦੇ ਵਿੱਚ ਲੋਕ ਜਿਹੜਾ ਉਹਦਾ ਅਸਰ ਜਿਹੜਾ ਹੈਗਾ ਕਿਸੇ ਨਾ ਕਿਸੇ ਵਰਗ 'ਤੇ ਪੈਂਦਾ ਹੈ, ਉਹ ਕੰਟਰੋਵਰਸੀ ਦੀਆਂ ਚੀਜ਼ਾਂ ਬਣਦੀਆਂ ਨੇ। ਤਾਂ ਜਿਵੇਂ ਖੇਤੀ ਕਾਨੂੰਨਾਂ ਦੇ ਵਿੱਚ ਉਹਨਾਂ ਨੇ ਜਿਹੜੀਆਂ ਗੱਲ ਕਰਦੇ ਮਤਲਬ ਆਪਣੇ ਹੋਸ਼ ਤੋਂ ਆਪਣੇ ਦਾਇਰੇ ਤੋਂ ਬਾਹਰ ਹੋ ਕੇ ਨਿੰਦਣਯੋਗ ਟਿੱਪਣੀਆਂ ਕਰਤੀਆਂ, ਤਾਂ ਉਹਦੇ ਵਿੱਚ ਤੁਹਾਨੂੰ ਅਸੀਂ ਦਿਖਾਉਣ ਜਾ ਰਹੇ ਹਾਂ। ਤੁਸੀਂ ਪਹਿਲਾ ਵੀਡੀਓ ਕਲਿੱਪ ਦੇਖੋ, ਇਹ ਤੋਂ ਬਾਅਦ ਅਸੀਂ ਅਗਲੀ ਗੱਲ ਕਰਾਂਗੇ। ਨਹੀਂ ਕਰਨੀ, ਤੁਹਾਨੂੰ ਮੁਗਲਾਂ ਦੀ ਗੱਲ ਵੀ ਪੜਾਵਾਂਗੇ। ਤੁਸੀਂ ਉਹ ਕੌਮ ਹੋ ਜਿਹੜੇ ਹੱਥ ਜੋੜ ਕੇ ਆਪਣੀ ਧੀਆਂ ਤੇ ਡੋਲੇ ਦੇ ਦਿੰਦੇ ਸੀ, ਅਸੀਂ ਉਹ ਕੌਮ ਆ ਜਿਹੜੀਆਂ ਤੁਹਾਡੀਆਂ ਧੀਆਂ ਪੈਣਾ ਚੁਰਾਉਂਦੇ ਰਹੇ। ਅਫਸੋਸ ਦੀ ਗੱਲ ਹੈ ਕਿ ਉੱਥੇ ਜਾ ਕੇ ਅਹਿਮਦ ਸ਼ਾਹ ਅਬਦਾਲੀ ਤੁਹਾਡੀਆਂ ਧੀਆਂ ਟਕੇ ਸਿਰ ਗੁਰੂਆਂ ਦੇ ਖਿਲਾਫ ਰਹੇ ਨੇ। ਇਹ ਉਹ ਲੋਕ ਨੇ ਜਿਨ੍ਹਾਂ ਨੇ ਸਾਡੇ ਬੱਚਿਆਂ ਨੂੰ ਨੀਹਾਂ ਵਿੱਚ ਚਿਣਿਆ ਹੈ, ਇਹ ਉਹ ਲੋਕ ਨੇ ਜਿਨ੍ਹਾਂ ਨੇ ਸਾਡੇ ਨਾਲ ਗੱਦਾਰੀਆਂ ਕੀਤੀਆਂ। ਲੇਕਿਨ ਦੁੱਖ ਦੀ ਗੱਲ ਇਹ ਹੈ ਕਿ ਕੋਈ ਕਹਿਣ ਵਾਲਾ ਗੱਲ ਸਟੇਜ ਤੇ ਕਹਿੰਦਾ ਨਹੀਂ। ਮੈਂ ਆਪਣੇ 15 ਸਾਲ ਜੀਵਨ ਦੇ ਬੰਬਈ ਦੇ ਵਿੱਚ ਇਹਨਾਂ ਗੁਜਰਾਤੀਆਂ ਨਾਲ ਕੱਟੇ ਨੇ, ਮੈਂ ਇਹਨਾਂ ਤੋਂ ਜ਼ਿਆਦਾ ਜਾਣਦਾ। ਇਹ ਆਪਣੀਆਂ ਮਾਵਾਂ ਭੈਣਾਂ ਦੀਆਂ ਧੀਆਂ ਦੀਆਂ ਕਸਮਾਂ ਖਾ ਕੇ ਵੀ ਮੁੱਕਰ ਜਾਂਦੇ ਨੇ। ਔਰ ਮੈਂ ਹੁਣ ਇੱਕ ਗੱਲ ਹੋਰ ਕਹਿਣੀ ਹੈ, ਜਦ ਧੀਆਂ ਭੈਣਾਂ ਅਹਿਮਦ ਸ਼ਾਹ ਅਬਦਾਲੀ ਇੱਥੋਂ ਲੈ ਜਾਂਦਾ ਸੀ ਹਿੰਦੁਸਤਾਨ ਤੋਂ, ਉੱਥੇ ਟਕੇ ਫਿਰ ਵਿਕਦੀਆਂ ਸੀ, ਅਸੀਂ ਬਚਾਈਆਂ ਨੇ ਪੰਜਾਬੀਆਂ ਨੇ। ਹਾਂਜੀ, ਤੁਸੀਂ ਦੇਖਿਆ ਵੀ ਇਹ ਵੀਡੀਓ ਕਲਿੱਪ ਦੇ ਵਿੱਚ ਯੋਗਰਾਜ ਸਿੰਘ ਕਿਸਾਨ ਸੰਘਰਸ਼ ਦੇ ਵਿਚਾਲੇ ਮੰਚ ਤੇ ਖੜ ਕੇ ਕਿੰਨੀਆਂ ਫੁਕਰੀਆਂ ਮਾਰ ਰਿਹਾ, ਕਹੀ ਜੀ ਇਹ ਗੱਲ ਕਹਿ ਰਿਹਾ ਜਿਸ ਦਾ ਸੰਘਰਸ਼ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇਹ ਦੇਖੋ ਸਿੱਧੇ ਤੁਸੀਂ ਸੁਣਿਆ ਕਿ ਇਹ ਆਪਣੇ ਆਪ ਨੂੰ ਵੱਡਾ ਯੋਧਾ ਦੱਸ ਕੇ ਹਿੰਦੂਆਂ ਦੇ ਪੂਰੇ ਹਿੰਦੂ ਭਾਈਚਾਰੇ ਉੱਤੇ ਟਿੱਪਣੀਆਂ ਕਰ ਰਿਹਾ, ਜਦ ਕਿ ਸੰਘਰਸ਼ ਦਾ ਇਸ ਗੱਲ ਨਾਲ ਕੋਈ ਬਿਲਕੁਲ ਲੈਣਾ ਦੇਣਾ ਨਹੀਂ ਹੈ, ਕੋਈ ਇਹ ਗੱਲ ਕਹਿਣ ਦੀ ਇੱਥੇ ਲੋੜ ਨਹੀਂ ਹੈ। ਤਾਂ ਯੋਧਾ ਉਹ ਹੁੰਦਾ ਜਿਹਨੇ ਕੋਈ ਖੁਦ ਕੰਮ ਕੀਤਾ ਹੋਵੇ। ਹੁਣ ਇਹ ਕੀ ਕਹਿੰਦਾ 15 ਸਾਲ ਇਹਨਾਂ ਗੁਜਰਾਤੀਆਂ 'ਚ ਰਿਹਾ। ਹੁਣ ਗੁਜਰਾਤੀਆਂ ਦੇ ਵਿੱਚ ਸਾਰਾ ਭਾਈਚਾਰਾ ਹੈ, ਹਿੰਦੂ ਵੀ ਹੈ, ਸਿੱਖ ਵੀ ਹੈ, ਮੁਸਲਮਾਨ ਵੀ ਹੈ, ਈਸਾਈ ਵੀ ਹੈ, ਉੱਥੇ ਕੋਈ ਇੱਕ ਵਰਗ ਤਾਂ ਹੈ ਨਹੀਂ। ਤਾਂ ਉਹ ਸਾਰੇ ਗੁਜਰਾਤੀਆਂ ਦੇ ਉੱਤੇ ਟਿੱਪਣੀ ਕਰ ਜਾਂਦਾ। ਕਹਿੰਦਾ 15 ਸਾਲ ਇਹਨਾਂ ਮੈਂ ਗੁਜਰਾਤੀਆਂ ਦੇ ਵਿੱਚ ਰਿਹਾ, ਇਹਨਾਂ ਨੂੰ ਝੂਠ ਬੋਲਣ ਦੀ ਆਦਤ ਹੈ, ਇਹ ਗੱਲ ਕਹਿ ਕੇ ਮੁੱਕਰ ਜਾਂਦੇ ਨੇ। ਕਹਿੰਦਾ ਹਰ ਗੱਲ ਦੇ ਉੱਤੇ ਝੂਠ ਬੋਲਦੇ ਨੇ। ਅੱਗੇ ਕੀ ਕਹਿੰਦਾ ਦੇਖੋ ਤੁਸੀਂ ਸੁਣੋ, ਇਸ ਬੰਦੇ ਨੂੰ ਮਾੜਾ ਮੋਟਾ ਲਿਹਾਜ਼ ਇਹਨੂੰ ਇਹ ਪਹਿਲਾਂ ਸੋਚਣਾ ਚਾਹੀਦਾ ਮੈਂ ਕਿਸ ਮੰਚ ਤੇ ਖੜਾ। ਮਾਨ ਸਾਹਿਬ ਮੈਂ ਜਿਹੜੀ ਗੱਲ ਕੀਤੀ ਹੈ ਵੀ ਹਰ ਬੰਦੇ ਦਾ ਸੰਘਰਸ਼ 'ਚ ਜ਼ੋਰ ਲੱਗਿਆ ਹੋਇਆ ਹੈ, ਉੱਥੇ ਬੀਬੀਆਂ ਭੈਣਾਂ ਬੱਚੇ ਸਾਰੇ ਉਹ ਇਸ ਜਿੱਤ ਦੇ ਵਾਸਤੇ ਬੈਠੇ ਆ ਵੀ ਅਸੀਂ ਇਹ ਕਾਨੂੰਨ ਵਾਪਸ ਕਰਾਉਣੇ ਆ, ਕਾਨੂੰਨ ਰੱਦ ਕਰਾਉਣੇ ਆ। ਗੱਲ ਕਾਨੂੰਨ ਰੱਦ ਕਰਾਉਣ ਦੀ ਹੋਵੇ, ਗੱਲ ਉਹ ਇਹ ਕਹੇ ਜਿਹਦੇ ਵਿੱਚ ਕਾਨੂੰਨ ਰੱਦ ਕਰਾਉਣ ਦੇ ਵਿੱਚ ਕੋਈ ਸਹਾਈ ਹੁੰਦੀ ਹੋਵੇ ਚੀਜ਼। ਕੀ ਕਹਿੰਦਾ ਦੇਖੋ ਤੁਸੀਂ, ਕਹਿੰਦਾ ਅਹਿਮਦ ਸ਼ਾਹ ਅਬਦਾਲੀ ਹਿੰਦੂਆਂ ਦੀਆਂ ਧੀਆਂ ਭੈਣਾਂ ਨੂੰ ਚੱਕ ਕੇ ਲੈ ਜਾਂਦਾ ਸੀ, ਕਹਿੰਦਾ ਉਹ ਟਕੇ ਸਿਰ ਵਿਕਦੀਆਂ ਸੀਆਂ, ਕਹਿੰਦਾ ਅਸੀਂ ਉਹਨਾਂ ਨੂੰ ਛੁਡਾ ਕੇ ਲਿਆਉਂਦੇ ਸੀ। ਮੈਨੂੰ ਹੁਣ ਮਾਨ ਸਾਹਿਬ ਆਪਣਾ ਇਹ ਸਰੋਤਿਆਂ ਅੱਗੇ ਵੀ ਸਵਾਲ ਹੈ, ਆਪਣੇ ਅੱਗੇ ਤਾਂ ਸਵਾਲ ਹੈ ਹੀ ਹੈ ਸਾਡੀ ਸੰਸਥਾ ਦਾ, ਅਸੀਂ ਇਹ ਸਵਾਲ ਅਸੀਂ ਤਾਂ ਪੁੱਟ ਕਰਦੇ ਹੀ ਕਰਦੇ ਹਾਂ ਵੀ ਕਿਸਾਨ ਸੰਘਰਸ਼ ਨਾਲ ਇਸ ਗੱਲ ਨੂੰ ਇਹ ਕੀ ਦੇਣਾ ਚਾਹੁੰਦਾ, ਇਹਦੇ ਵਿੱਚ ਕੀ ਯੋਗਦਾਨ ਪਾਉਣਾ ਚਾਹੁੰਦਾ, ਇਹ ਕਹਿ ਕੇ ਕਿ ਹਿੰਦੂਆਂ ਦੀਆਂ ਧੀਆਂ ਭੈਣਾਂ ਨੂੰ ਅਹਿਮਦ ਵੀ ਇਹਨੂੰ ਮੇਰਾ ਸਾਡਾ ਮੰਚ ਤੋਂ ਇਹ ਸਵਾਲ ਹੈ ਯੋਗਰਾਜ ਸਿੰਘ ਨੂੰ ਸਪੈਸ਼ਲ ਕਿ ਕੀ ਜਦੋਂ ਅਹਿਮਦ ਸ਼ਾਹ ਅਬਦਾਲੀ ਸੀ ਤੂੰ ਹੈਗਾ ਸੀ? ਜੇ ਉਹ ਧੀਆਂ ਭੈਣਾਂ ਚੱਕ ਜਾਂਦਾ ਤੂੰ ਛੜਾ ਕੇ ਲਿਆਂਦੀ ਹੈ ਕੋਈ? ਇਹ ਦੇਖੋ ਗੱਲ ਉਹ ਕਰਨੀ ਚਾਹੀਦੀ ਹੈ ਜਿਹੜੀ ਗੱਲ ਦੇ ਉੱਤੇ ਤੁਹਾਡਾ ਆਪਣਾ ਇਹ ਤਾਂ ਕਹਿ ਸਕਦਾ ਹੈ ਵੀ ਮੈਂ ਫਲਾਣੀ ਫਿਲਮ ਦੇ ਵਿੱਚ ਫਲਾਣਾ ਸੀਨ ਮੈਂ ਇੰਨਾ ਗਜਬ ਦਾ ਕੀਤਾ ਹੈ ਕਿ ਲੋਕ ਗੱਲਾਂ ਕਰਦੇ ਆ, ਉਹ ਮੇਰੀ ਇੱਕ ਦੇਣ ਹੈ ਫਿਲਮਾਂ ਨੂੰ। ਇਹ ਤਾਂ ਦਾਅਵਾ ਕਰੇ 1000 ਵਾਰੀ ਕਰੇ ਅਸੀਂ ਇਹਦੇ ਨਾਲ ਹੈ, ਕਿਉਂਕਿ ਇਹਨੇ ਫਿਲਮ ਦੇ ਵਿੱਚ ਬਹੁਤ ਵਧੀਆ ਰੋਲ ਨਿਭਾਏ ਨੇ। ਪਰ ਅਹਿਮਦ ਸ਼ਾਹ ਅਬਦਾਲੀ ਵਾਲੀ ਗੱਲ ਕਰਨੀ, ਹਿੰਦੂਆਂ ਦੀਆਂ ਧੀਆਂ ਭੈਣਾਂ ਚੱਕਣ ਛਡਾਉਣ ਵਾਲੀ ਗੱਲ ਕਰਨੀ, ਐਵੇਂ ਫੁਕਰੀਆਂ ਮਰੀ ਜਾਂਦਾ। ਦੇਖੋ ਤੁਸੀਂ ਮੈਂ ਕਹਿਣਾ ਗੱਲ ਉਹ ਕਰੋ ਜਿਹਦੇ ਸੰਘਰਸ਼ ਨੂੰ ਫਾਇਦਾ ਹੋਵੇ, ਲੋਕਾਂ ਨੂੰ ਫਾਇਦਾ ਹੋਵੇ। ਇਹ
ਉਲਟਾ ਨੁਕਸਾਨ। ਕਿਉਂਕਿ ਜਿਹੜਾ ਦੇਖੋ, ਚਾਹੇ ਕਿਸੇ ਭਾਈਚਾਰੇ 'ਚ ਰੋਸ ਜਾਂਦਾ ਹੈ, ਚਾਹੇ ਸਿੱਖ ਭਾਈਚਾਰੇ 'ਚ ਜਾਂਦਾ, ਚਾਹੇ ਹਿੰਦੂ ਭਾਈਚਾਰੇ 'ਚ ਜਾਂਦਾ, ਚਾਹੇ ਕਿਸੇ ਵੀ ਭਾਈਚਾਰੇ ਦੇ ਉੱਤੇ ਟਿੱਪਣੀਆਂ ਕਰਨੀਆਂ ਇਸ ਸੰਘਰਸ਼ ਦੇ ਉੱਤੇ ਲੋੜ ਨਹੀਂ ਹੈ, ਨਾ ਉਹਦਾ ਕੋਈ ਇੱਥੇ ਫਾਇਦਾ ਹੈ। ਇੱਥੇ ਫਾਇਦਾ ਹੈਗਾ ਸਿਰਫ ਵੀ ਤੂੰ ਸੇਵਾ ਕੀ ਕਰ ਸਕਦਾ ਸੰਘਰਸ਼ 'ਚ। ਜੇ ਤੇਰੇ ਕੋਲ ਬਹੁਤ ਜ਼ਿਆਦਾ ਕੋਈ ਪਾਵਰ ਹੈ, ਤੂੰ ਇੱਥੇ ਆਪਣਾ ਯੋਗਦਾਨ ਪਾ ਜਿੰਨਾ ਤੂੰ ਪਾ ਸਕਦਾ ਹੈ, ਪਰ ਆਹ ਯੋਗਦਾਨ ਨਾ ਪਾ ਵੀ ਜਿਹੜਾ ਤੂੰ ਕਿਸੇ ਸਮਾਜ ਦੇ ਭਾਈਚਾਰੇ ਉੱਤੇ ਟਿੱਪਣੀਆਂ ਕਰਦਾ ਹੈ। ਵੀ ਦੇਖੋ ਸਾਡਾ ਇੱਥੇ ਯੋਗਦਾਨ ਸਵਾਲ ਸਾਨੂੰ ਇਹੀ ਹੈ ਕਿ ਮੇਰੇ ਕਹਿਣ ਦਾ ਭਾਵ ਹੈ ਵੀ ਤੂੰ ਕੰਮ ਉਹਦਾ ਤੂੰ ਦਾਅਵਾ ਕਰ, ਉਸ ਕੰਮ ਦੇ ਉੱਤੇ ਫੜ ਮਾਰ ਜਿਹੜਾ ਕੰਮ ਤੂੰ ਖੁਦ ਕੀਤਾ ਹੈ। ਜਦ ਤੈਨੂੰ ਇਹ ਨਹੀਂ ਪਤਾ ਵੀ ਕਾਦਾ ਅਹਿਮਦ ਸ਼ਾਹ ਅਬਦਾਲੀ ਸੀਗਾ, ਮੈਨੂੰ ਤਾਂ ਲੱਗਦਾ ਇਹਨੂੰ ਐਂ ਵੀ ਨਹੀਂ ਪਤਾ ਵੀ ਉਹ ਕਿਹੜੇ ਸੰਨ 'ਚ ਸੀਗਾ, ਕਿਹੜੇ ਸੰਨ 'ਚ ਉਹ ਕੀ ਕਰਦਾ ਰਿਹਾ। ਦੇਖੋ ਤੁਸੀਂ ਐਵੇਂ ਤੁਸੀਂ ਦੇਖੋ ਸੰਘਰਸ਼ ਦੀ ਰੂਪਰੇਖਾ ਕੀ ਹੈ, ਮੰਚੋ ਕਿੱਡਾ ਵੱਡਾ ਹੈ। ਹਾਂਜੀ, ਤੂੰ ਗੱਲ ਕਰ ਰਿਹਾ ਉੱਥੇ ਹਿੰਦੂਆਂ ਦੀਆਂ ਧੀਆਂ ਭੈਣਾਂ ਚੱਕਣ ਚਕਾਉਣ ਦੀ, ਮੈਨੂੰ ਨਹੀਂ ਸਮਝ ਆ ਰਹੀ ਵੀ ਤੂੰ ਇਹਦੇ ਵਿੱਚ ਕੀ ਸਿਰਫ ਆਪਣੇ ਆਪ ਨੂੰ ਸੰਘਰਸ਼ ਦਾ ਹੀਰੋ ਬਣਾਉਣ ਵਾਸਤੇ, ਆਪਣੇ ਆਪ ਨੂੰ ਵੱਡਾ ਸਿਰਕੱਢ ਯੋਧਾ ਦੱਸਣ ਵਾਸਤੇ ਕਹਿੰਦਾ ਅਸੀਂ ਛਡਾ ਕੇ ਲਿਆਂਦੀਆਂ ਜੀ। ਤੂੰ ਤਾਂ ਹੈ ਹੀ ਨਹੀਂ ਸੀ ਉਦੋਂ, ਪਤਾ ਨਹੀਂ ਕਿਹੜੇ ਸੰਨ ਦੀ ਗੱਲ ਹੈ ਤੇ ਕਿੱਥੇ ਦੀ ਇਹ ਗੱਲ ਹੈਗੀ ਆ। ਮੈਨੂੰ ਲੱਗਦਾ ਬਹੁਤ ਪੁਰਾਣੀ ਗੱਲ ਹੈ, ਉਦੋਂ ਤਾਂ ਇਹ ਹੋਣਾ ਪਤਾ ਨਹੀਂ ਹੋਣਾ। ਐਵੇਂ ਇਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਤੇ ਤੁਸੀਂ ਦੇਖੋ ਇਸ ਜੋਗਰਾਜ ਸਿੰਘ ਦੇ ਇਹ ਜਿਹੜੇ ਲਫ਼ਜ਼ ਕਹੇ ਉਹਨੇ, ਤੁਸੀਂ ਉਹ ਹਰ ਚੀਜ਼ ਦਾ ਜਦੋਂ ਗਲਤ ਚੀਜ਼ ਅਸੀਂ ਕਰਦੇ ਹਾਂ ਨਾ, ਉਹਦਾ ਕਿਸੇ ਨਾ ਕਿਸੇ ਰੂਪ 'ਚ ਸਾਨੂੰ ਹਰਜਾਨਾ ਭੁਗਤਣਾ ਪੈਂਦਾ ਹੈ ਤੇ ਕਿਸੇ ਨਾ ਕਿਸੇ ਰੂਪ 'ਚ ਸਾਨੂੰ ਉਹਦਾ ਇੱਥੋਂ ਤੱਕ ਭੁਗਤਣਾ ਪੈ ਜਾਂਦਾ ਹੈ। ਕਈ ਵਾਰੀ ਲੋਕਾਂ 'ਚ ਰੋਹ ਇੰਨਾ ਜਾਗ ਜਾਂਦਾ ਹੈ ਵੀ ਸਾਨੂੰ ਉਹਦੇ ਤੇ ਮਾਫੀਆਂ ਵੀ ਮੰਗਣੀਆਂ ਪੈ ਜਾਂਦੀਆਂ ਨੇ, ਸਾਨੂੰ ਸਪਸ਼ਟੀਕਰਨ ਦੇਣੇ ਪੈ ਜਾਂਦੇ ਨੇ। ਤਾਂ ਇਸ ਦਾ ਜਿਹੜਾ ਇਹ ਸਟੇਟਮੈਂਟ ਉਹਨੇ ਦਿੱਤੀ ਕਿਸਾਨ ਸੰਘਰਸ਼ ਦੇ ਮੰਚ ਨੂੰ ਵਰਤ ਕੇ, ਜਿਹਦੇ ਵਿੱਚ ਸਮੁੱਚੇ ਹਿੰਦੂ ਭਾਈਚਾਰੇ 'ਚ ਦੇਖੋ ਉੱਥੇ ਸੰਘਰਸ਼ 'ਚ ਤੁਸੀਂ ਮੈਨੂੰ ਦੱਸੋ ਵੀ ਉੱਥੇ ਜਿਹੜਾ ਹਿੰਦੂ ਭਾਈਚਾਰਾ ਉਹ ਸੇਵਾ ਨਹੀਂ ਕਰ ਰਿਹਾ? ਬਿਲਕੁਲ ਕਰ ਰਿਹਾ। ਕਿੰਨੇ ਬੰਦੇ ਉੱਥੇ, ਕੋਈ ਸਿੱਖ ਹਿੰਦੂ ਦਾ ਸਵਾਲ ਹੀ ਨਹੀਂ ਹੈ ਉੱਥੇ, ਦਾ ਕਿਸੇ ਕੌਮ ਦਾ, ਕਿਸੇ ਮਜ਼ਹਬ ਦਾ, ਕਿਸੇ ਧਰਮ ਦਾ ਸਵਾਲ ਹੀ ਨਹੀਂ ਹੈ ਵੀ ਜਦ ਉੱਥੇ ਹਰ ਬੰਦਾ ਸੇਵਾ ਕਰ ਰਿਹਾ, ਤੈਨੂੰ ਕੀ ਲੋੜ ਪੈ ਗਈ ਇਹ ਜੇ ਬੇਤੁਕੇ ਬਿਆਨ ਦੇਣ ਦੀ? ਤੇਰਾ ਯੋਗਦਾਨ ਹੈਗਾ, ਤੈਨੂੰ ਲੋਕ ਵੈਸੇ ਹੀ ਵਾਧੂ ਜਾਣਦੇ ਨੇ, ਤਾਂ ਉੱਥੇ ਦੱਸ ਕੀ ਲੈਣਾ ਹੀਰੋ ਬਣ ਕੇ। ਤਾਂ ਇਹਦੀ ਇੰਨੀ ਨਿੰਦਾ ਹੋਈ ਹੈ, ਤਾਂ ਇੰਨਾ ਇਹਨੂੰ ਕੰਡੈਮ ਕੀਤਾ ਗਿਆ ਲੋਕਾਂ ਵੱਲੋਂ ਵੀ ਮੈਨੂੰ ਲੱਗਦਾ ਵੀ ਇਹਦਾ ਤੁਸੀਂ ਜਿਹੜਾ ਹੈਗਾ ਵੀ ਇਹਦੇ ਤੇ ਕਈ ਜਗ੍ਹਾ ਇਹ ਤੇ ਰੋਸ ਹੋਇਆ, ਕਈ ਜਗ੍ਹਾ ਦਰਖਾਸਤਾਂ ਦਿੱਤੀਆਂ ਗਈਆਂ ਤੇ ਕਈ ਜਗ੍ਹਾ ਮੈਨੂੰ ਇਹ ਵੀ ਪਤਾ ਲੱਗਿਆ ਵੀ ਇਹਦੇ ਤੇ ਇੱਕ ਜਗ੍ਹਾ FIR ਵੀ ਹੋਈ ਹੈ। ਤਾਂ ਅਗਲਾ ਤੁਸੀਂ ਇਹਦਾ ਰਿਜ਼ਲਟ ਦੇਖੋ ਕੀ ਨਿਕਲਦਾ ਹੈ। ਆਹ ਦੂਸਰੀ ਵੀਡੀਓ ਦੇਖੋ। ਤੁਸੀਂ ਅੱਜ ਸ਼ਿਕਾਇਤ ਕੀਤੀ ਹੈ, ਕੀ ਹੈ ਕੀ ਸ਼ਿਕਾਇਤ? ਦੇਖੋ ਜੀ, 3 ਦਸੰਬਰ ਨੂੰ ਯੋਗਰਾਜ ਸਿੰਘ ਨੇ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਦੇ ਵਿੱਚ, ਉਹਨਾਂ ਦੇ ਧਰਨੇ ਦੇ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ ਸੀ ਕਿ ਹਿੰਦੂ ਧਰਮ ਇੱਕ ਗੱਦਾਰਾਂ ਦੀ ਕੌਮ ਹੈ ਤੇ ਇਹਨਾਂ ਦੀਆਂ ਜਨਾਨੀਆਂ ਅਬਦਾਲੀ ਦੇ ਟਾਈਮ ਤੇ ਜਦੋਂ ਅਬਦਾਲੀ ਚੁੱਕ ਕੇ ਲੈ ਜਾਂਦਾ ਸੀ ਤੇ ਟਕੇ ਟਕੇ ਵਿਕਦੀਆਂ ਸੀ ਤੇ ਅਸੀਂ ਲੋਕਾਂ ਨੇ, ਪੰਜਾਬੀਆਂ ਨੇ ਛੁਡਾਈਆਂ ਸੀ। ਮੈਂ ਯੋਗਰਾਜ ਨੂੰ ਇਹ ਗੱਲ ਕਹਿਣੀ ਚਾਹਾਂਗਾ ਵੀ ਇੰਨੇ ਸਾਲ ਇਹਨੇ ਫਿਲਮਾਂ ਦੇ ਵਿੱਚ ਕੰਮ ਕੀਤਾ, ਮੈਨੂੰ ਲੱਗਦਾ ਇਹ ਅਸਲ ਜ਼ਿੰਦਗੀ ਨੂੰ ਵੀ ਫਿਲਮ ਹੀ ਬਣਾ ਬੈਠਾ ਵੀ ਜਿੱਥੇ ਜੋ ਬੋਲੇਗਾ ਲੋਕੀ ਸੁਣਨਗੇ ਤੇ ਤਾੜੀਆਂ ਮਾਰਨਗੇ। ਪਰ ਥੋੜ੍ਹੀ ਜਿਹੀ ਸ਼ਰਮ ਆਉਣੀ ਚਾਹੀਦੀ ਸੀ। ਇਹ ਕਿਸਾਨ ਸੰਘਰਸ਼ ਆ, ਕਿਸਾਨ 70 ਦਿਨਾਂ ਤੋਂ ਆਪਦੀ ਲੜਾਈ ਲੜ ਰਹੇ ਨੇ। ਹਰ ਤਬਕਾ, ਹਰ ਧਰਮ ਉਹਨਾਂ ਦੇ ਨਾਲ ਇਸ ਪ੍ਰੋਟੈਸਟ ਦੇ ਵਿੱਚ ਸ਼ਾਮਲ ਆ। ਉੱਥੇ ਤੂੰ ਇਹਨਾਂ ਦੇ ਪ੍ਰੋਟੈਸਟ ਦੀ ਗੱਲ ਕਰ, ਇਹ ਪ੍ਰੋਟੈਸਟ ਨੂੰ ਆਪਾਂ ਕਿੱਦਾਂ ਕਾਮਯਾਬ ਕਰ ਸਕਦੇ ਹਾਂ ਉਹ ਗੱਲ ਕਰ। ਹਰ ਇੱਕ ਧਰਮ ਦਾ ਬੰਦਾ, ਕੋਈ ਕੰਬਲ ਵੰਡ ਰਿਹਾ, ਕੋਈ ਗੀਜ਼ਰ ਵੰਡ ਰਿਹਾ, ਕੋਈ ਲੰਗਰ ਦੇ ਰਿਹਾ, ਹਰ ਆਦਮੀ ਜਿੰਨੇ ਜੋਗਾ ਹੈਗਾ ਇਸ ਸੰਘਰਸ਼ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖਲੋਤਾ ਆ। ਪਰ ਇਸ ਦੌਰਾਨ ਤੂੰ, ਇਸ ਸਮੇਂ ਦੇ ਵਿੱਚ ਤੂੰ ਇੱਕ ਧਰਮ ਦੀ ਗੱਲ ਕਰਕੇ ਇਹ ਸਾਡੇ ਦੋਵਾਂ ਦੇ ਰਿਸ਼ਤਿਆਂ ਦੇ ਵਿੱਚ ਪਾੜ ਪਾਉਣ ਦੀ ਗੱਲ ਕੀਤੀ ਆ। ਮੈਂ ਜ਼ਿੰਦਗੀ 'ਚ ਉਹ ਆਦਮੀ ਆ, ਮੈਂ ਕਿਸੇ ਦਾ ਦਿਲ ਨਹੀਂ ਦੁਖਾ ਸਕਦਾ ਕਿਉਂਕਿ ਮੈਨੂੰ ਇਸ ਗੱਲ ਦਾ ਪਤਾ ਨਹੀਂ ਸੀ। ਮੈਨੂੰ ਇਸ ਗੱਲ ਦਾ ਕੱਲ ਪਤਾ ਲੱਗਿਆ ਜਦ ਤੁਸੀਂ ਮੇਰੇ ਕੋਲ ਆਏ ਸੀ ਔਰ ਮੈਨੂੰ ਅੱਜ ਸਵੇਰੇ ਪਤਾ ਲੱਗਿਆ ਤੇ ਮੈਂ ਆਪਣੇ ਮਨ ਨਾਲ ਸੋਚਿਆ, ਮਨਾ ਤੂੰ ਭਾਵੇਂ ਠੀਕ ਹੀ ਕਹਿ ਰਿਹਾ, ਭਾਵੇਂ ਤੂੰ ਹਿਸਟਰੀ ਸੁਣਾ ਰਿਹਾ, ਸਭ ਕੁਝ ਸੁਣਾ ਰਿਹਾ, ਲੇਕਿਨ ਤੇਰੇ ਕਰਕੇ, ਤੇਰੀ ਇੱਕ ਸਟੇਟਮੈਂਟ ਕਰਕੇ ਇੱਕ ਧਰਮ ਦੇ ਹਿੰਦੂਆਂ ਦਾ ਦਿਲ ਦੁਖਿਆ। ਮੈਂ ਹੱਥ ਜੋੜ ਕੇ ਤੁਹਾਡੇ ਚਰਨਾਂ 'ਚ ਮਾਫੀ ਮੰਗਦਾ। ਸੋ ਤੁਸੀਂ ਦੇਖਿਆ ਕਿ ਕਿਵੇਂ ਜੋਗਰਾਜ ਸਿੰਘ ਦੀ ਜਿਹੜੀ ਇਹ ਵੀਡੀਓ ਦੇ ਵਿੱਚ ਸਟੇਟਮੈਂਟ ਸੀ, ਉਹ ਤੋਂ ਹਿੰਦੂ ਭਾਈਚਾਰੇ ਦੇ ਲੋਕ ਜਿਹੜੇ ਹੈਗੇ ਆ ਉਹ ਕਿੰਨੇ ਆਹਤ ਹੋਏ ਨੇ, ਕਿੰਨੀਆਂ ਇਹਦੇ ਤੇ ਟਿੱਪਣੀਆਂ ਹੋਈਆਂ ਨੇ, ਕਿੰਨੇ ਲੋਕਾਂ ਨੇ ਇਹਨੂੰ ਨਿੰਦਿਆ ਤੇ ਕਿੰਨੇ ਲੋਕਾਂ ਦੇ ਇਹਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਤੇ ਸਾਡੇ ਹਿਸਾਬ ਨਾਲ ਮੈਨੂੰ ਜਿੱਥੋਂ ਤੱਕ ਲੱਗਦਾ ਵੀ ਇਹਦੇ ਤੇ 1-2 ਜਗ੍ਹਾ FIR ਦਰਜ ਵੀ ਹੋ ਚੁੱਕੀ ਹੈ। ਸੋ ਸਾਡੇ ਕਹਿਣ ਦਾ ਮਤਲਬ ਸਿਰਫ ਇੰਨਾ ਹੀ ਹੈ, ਸਾਨੂੰ ਜੋਗਰਾਜ ਸਿੰਘ ਤੋਂ ਕੁਝ ਨਹੀਂ ਲੈਣਾ ਦੇਣਾ। ਸਾਡਾ ਮਤਲਬ ਇਹ ਹੈ, ਨਾ ਸਾਡਾ ਕੋਈ ਨਿੱਜੀ ਕਿਸੇ ਵਿਅਕਤੀ ਨਾਲ ਕੋਈ ਮਤਲਬ ਮਫਾਦ ਹੈ, ਕੋਈ ਸਾਡਾ ਕਿਸੇ ਨਾਲ ਕੋਈ ਸਾਡੀ ਕੋਈ ਰੰਜਿਸ਼ ਹੈ। ਅਸੀਂ ਸਿਰਫ ਇਹ ਕਹਿੰਦੇ ਹਾਂ ਵੀ ਕਿਸਾਨ ਸੰਘਰਸ਼ ਹੈ, ਇਹਨੂੰ ਕਿਸਾਨ ਸੰਘਰਸ਼ ਲੋਕਾਂ ਦਾ ਸੰਘਰਸ਼ ਹੀ ਰਹਿਣ ਦਿਓ। ਇਹਦੇ ਤੇ ਇਤਰਾਜ਼ਯੋਗ ਟਿੱਪਣੀਆਂ ਬਿਲਕੁਲ ਨਾ ਕਰੋ, ਟਿੱਪਣੀਆਂ ਕੋਈ ਇਹੋ ਜਿਹੀ ਜਿਹਦੇ ਨਾਲ ਲੋਕਾਂ ਦੇ ਵਿੱਚ ਰੋਹ ਫੈਲੇ ਤੇ ਸੰਘਰਸ਼ ਨੂੰ ਕਿਸੇ ਵੀ ਕਿਸਮ ਦਾ ਕੋਈ ਨੁਕਸਾਨ ਹੋਵੇ। ਇਹਦੇ 'ਚ ਜੇ ਯੋਗਦਾਨ ਪਾ ਸਕਦੇ ਹੋ ਉਹ ਪਾਓ ਜਿਹਦੇ ਵਿੱਚ ਤੁਹਾਡੀ ਕੋਈ ਕਰਨੀ ਹੈ।
ਜਿਹਦੇ ਵਿੱਚ ਤੁਸੀਂ ਕੁਝ ਕਰ ਸਕਦੇ ਹੋ, ਤਾਂ ਐਵੇਂ ਆਪਣੀਆਂ ਫੋਕੀਆਂ ਫੜਾਂ ਨਾ ਮਾਰੀ ਜਾਓ, ਇਹਦਾ ਖਮਿਆਜਾ ਭੁਗਤਣਾ ਪੈ ਸਕਦਾ ਹੈ। ਤੋ ਮਾਨ ਸਾਹਿਬ ਇਹਦੇ ਵਿੱਚ ਤੁਹਾਡਾ ਤੁਸੀਂ ਦੱਸੋ ਵੀ ਇਹ ਸੰਘਰਸ਼ ਦੀ ਜਿਹੜੀ ਕਾਮਯਾਬੀ ਸਾਨੂੰ ਲੱਗਦਾ ਵੀ ਜੋ ਇਹਦੇ 'ਚ ਕਾਮਯਾਬੀ ਹੋ ਰਹੀ ਹੈ, ਇਹਦੇ ਵਿੱਚ ਤੁਸੀਂ ਕੀ ਵਧੀਆ ਰੀਜਨ ਮੰਨਦੇ ਹੋ, ਤੁਹਾਨੂੰ ਕੀ ਲੱਗਦਾ ਵੀ ਠੀਕ ਹੈ ਗੱਲ ਇਹ? ਬਾਂਸਲ ਸਾਹਿਬ, ਵਧੀਆ ਰੀਜਨ ਇਹਦੇ 'ਚੋਂ ਮੈਂ ਸਭ ਤੋਂ ਪਹਿਲਾਂ ਕਿਸਾਨਾਂ ਨੂੰ ਮੁਬਾਰਕਬਾਦ ਦੇਣੀ ਚਾਹੁੰਦਾ। ਜਿੰਨੇ ਕਿਸਾਨਾਂ ਦੇ ਸਾਡੇ ਲੀਡਰ ਨੇ ਇਹ ਅੱਜ ਮੁਬਾਰਕਬਾਦ ਦੇ ਪਾਤਰ ਨੇ, ਕਿਉਂਕਿ ਜਿਸ ਤਰ੍ਹਾਂ ਹੁਣ ਤੁਸੀਂ ਯੋਗਰਾਜ ਜੀ ਦੀ ਗੱਲ ਕੀਤੀ, ਯੋਗਰਾਜ ਜੀ ਵਰਗੇ ਹੋਰ ਵੀ ਕਈ ਇਸ ਤਰ੍ਹਾਂ ਦੇ ਨੇਤਾ, ਹੋਰ ਵੀ ਇਸ ਤਰ੍ਹਾਂ ਦੇ ਕਈ ਬੜੇ ਬੜੇ ਗਾਇਕ ਹੋ ਸਕਦੇ ਨੇ ਜਾਂ ਮੋਹਤਵਰ ਬੰਦੇ ਹੋ ਸਕਦੇ ਨੇ ਜਿਹੜੇ ਮੰਚ ਦੇ ਉੱਤੇ ਖੜ੍ਹ ਕੇ ਇਸ ਤਰ੍ਹਾਂ ਦੀਆਂ ਗੱਲਾਂ ਬੋਲਦੇ ਨੇ ਔਰ ਆਪਣੀ ਰਾਜਨੀਤੀ ਚਮਕਾਉਣ ਲਈ, ਆਪਣਾ ਚਿਹਰਾ ਚਮਕਾਉਣ ਲਈ। ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਕਿ ਉਹ ਇਹ ਕਾਰਵਾਈ ਕਰਦੇ ਨੇ, ਪਰ ਮੁਬਾਰਕਬਾਦ ਕਿਸਾਨਾਂ ਨੂੰ ਇਸ ਕਰਕੇ ਹੈ ਕਿ ਕਿਸਾਨ ਅੱਜ ਤੱਕ ਜਿੰਨੀ ਵੀ ਸਟੇਜ ਤੇ ਕਾਰਵਾਈ ਹੁੰਦੀ ਹੈ ਜਾਂ ਜਿੰਨੀ ਵੀ ਮੰਚ ਦੇ ਉੱਤੇ ਕਾਰਵਾਈ ਹੁੰਦੀ ਹੈ, ਉਹਨਾਂ ਨੇ ਕਿਸੇ ਲੀਡਰ ਦੇ, ਕਿਸੇ ਰਾਜਨੇਤਾ ਦੇ ਜਾਂ ਕਿਸੇ ਗਾਇਕ ਦੇ ਹੱਥ 'ਚ ਨਹੀਂ ਦਿੱਤੀ, ਆਪਣੇ ਹੱਥ 'ਚ ਰੱਖੀ ਹੈ। ਇਸ ਕਰਕੇ ਇਹ ਸੰਘਰਸ਼ ਕਾਮਯਾਬੀ ਦੀ ਸਿਖਰ ਤੇ ਚੱਲ ਰਿਹਾ, ਕਿਉਂਕਿ ਲੋਕਾਂ ਦਾ ਜਿਸ ਤਰੀਕੇ ਨਾਲ ਜੋਸ਼ ਬਣ ਰਿਹਾ, ਉਸ ਤਰੀਕੇ ਨਾਲ ਇਹ ਅੱਜ ਵੀ ਤੇ ਕੱਲ੍ਹ ਵੀ ਇਹ ਕਾਮਯਾਬ ਹੋਊਗਾ ਹੀ ਹੋਊਗਾ। ਔਰ ਜੇ ਇਸੇ ਤਰ੍ਹਾਂ ਚੱਲਦਾ ਰਿਹਾ, ਇਹ ਆਪਣੇ ਦਮ ਦੇ ਉੱਤੇ ਕਿਸਾਨਾਂ ਦੀ ਜਿਹੜੀ ਅੱਜ ਸੂਝ-ਬੂਝ ਚੱਲ ਰਹੀ ਹੈ, ਜਿਸ ਤਰ੍ਹਾਂ ਦਾ ਉਹਨਾਂ ਦਾ ਕੋਆਪਰੇਸ਼ਨ ਚੱਲ ਰਿਹਾ, ਜਿਸ ਤਰ੍ਹਾਂ ਦੀ ਉਹਨਾਂ ਦੀ ਇਕੱਠਤਾ ਚੱਲ ਰਹੀ ਹੈ, ਉਸ ਤਰੀਕੇ ਨਾਲ ਮੈਂ ਮੰਨਦਾ ਇਹ ਬਹੁਤ ਕਾਮਯਾਬ। ਤੁਹਾਡੀ ਗੱਲ ਤੋਂ ਮੇਰੇ ਗੱਲ ਯਾਦ ਆ ਗਈ ਕਿ ਜਿੱਦਾਂ ਤੁਸੀਂ ਕਿਹਾ ਵੀ ਕਿਸਾਨ ਸੰਘਰਸ਼ ਦੇ ਵਿੱਚ ਜਿਹੜਾ ਇਹਨਾਂ ਨੇ ਕਿਸੇ ਨੂੰ ਆਪਣੀ ਸਟੇਜ ਨਹੀਂ ਵਰਤਣ ਦਿੱਤੀ, ਕਿਸੇ ਨੂੰ ਆਪਣੇ ਜਿਹੜੇ ਸੰਘਰਸ਼ ਦਾ ਸਿਹਰਾ ਨਹੀਂ ਲੈਣ ਦਿੱਤਾ, ਕਿਸੇ ਨੂੰ ਉੱਥੇ ਆਪਣਾ ਕੋਈ ਇਹ ਨਹੀਂ ਕਰਨ ਦਿੱਤਾ ਵੀ ਉਹ ਲੀਡ ਕਰ ਵਿੱਚ ਘੁੱਸ ਜਾਵੇ, ਉਹਦੇ ਇੱਦਾਂ ਦਾ ਕੁਝ ਨਹੀਂ ਹੋਣ ਦਿੱਤਾ। ਤੇ ਇੱਕ ਹੋਰ ਇਸ ਤੋਂ ਗੱਲ ਮੈਂ ਥੋੜ੍ਹੀ ਜਿਹੀ ਹੋਰ ਗੱਲ ਗਾਹਾਂ ਕਰਦਾ ਵੀ ਜਿੰਨੇ ਕਿਸਾਨ ਆਗੂ ਨੇ 40 ਤੋਂ ਉੱਪਰ ਗਿਣਤੀ ਹੈ ਜਿਹੜੇ ਲੀਡ ਕਰ ਰਹੇ ਨੇ, ਮੇਨ ਜਿਹੜੇ ਲੀਡਰ ਜਿਨ੍ਹਾਂ ਨੂੰ ਹਰ ਸਟੇਟ ਦੀ ਲੀਡਰੀ ਸੰਭਾਈ ਹੋਈ ਆ ਵੀ ਕਮਾਂਡ ਤੁਹਾਡੇ ਹੱਥ 'ਚ ਹੈ, ਬਾਕੀ ਜਿਹੜਾ ਜਿੰਨਾ ਉੱਥੇ ਆਪਣਾ ਯੋਗਦਾਨ ਹੈ ਲੋਕਾਂ ਦਾ, ਉਹ ਸਾਰੇ ਉਸ ਲੀਡਰ ਨੂੰ ਫੋਲੋ ਕਰ ਰਹੇ ਨੇ। ਹਰ ਸਟੇਟ ਦੇ ਬੰਦੇ ਆਪਣੇ ਲੀਡਰ ਨੂੰ ਫੋਲੋ ਕਰ ਰਹੇ ਨੇ ਕਿ ਇਹਨਾਂ ਦੇ ਲੀਡਰਾਂ ਦੇ ਵਿੱਚ ਇੱਕ ਤੁਸੀਂ ਦੇਖੋ ਇੱਕਜੁੱਟਤਾ ਕਿੰਨੀ ਮਿਲੀ ਹੈ ਕਿ ਕਿਸੇ ਵੀ ਲੀਡਰ ਦਾ ਕਿਸੇ ਵੀ ਗੱਲ ਦੇ ਉੱਤੇ ਕੋਈ ਐਸਾ ਵਿਰੋਧ ਨਹੀਂ ਹੈ ਜਿਹਦੇ ਵਿੱਚ ਕੋਈ ਆਪਾਂ ਨੂੰ ਇਹ ਲੱਗੇ ਵੀ ਇਹਨਾਂ ਦੇ ਵਿੱਚ ਕੋਈ ਫਰਕ ਦਿਸੇ। ਜੋ ਵੀ ਗੱਲ ਕਹੀ ਜਾਂਦੀ ਹੈ ਉਹ ਪਿੱਛੇ ਜੇ ਵੀ ਹੋਇਆ ਸੀ ਇੱਕ ਵਾਰੀ ਟੀਵੀ 'ਚ ਜੀ, 10 ਬੰਦਿਆਂ ਨੂੰ ਮੀਟਿੰਗ ਲਈ ਸੱਦ ਲਿਆ ਜੀ, 12 ਬੰਦਿਆਂ ਲਈ ਸੱਦ ਲਿਆ, 10 ਲੀਡਰ ਨੂੰ ਰਹਿ ਗਏ, 20 ਵੀ ਲੀਡਰ ਰਹਿ ਗਏ, ਉੱਦਾਂ ਦਾ ਕੁਝ ਨਹੀਂ ਮਿਲਿਆ। ਚਾਹੇ 10 ਲੀਡਰ ਗਏ, ਉਹ ਸਰਬਸੰਮਤੀ ਨਾਲ ਗਏ, ਸਾਰੀ ਮੀਟਿੰਗ ਦੇ ਵਿੱਚ ਤੈਅ ਹੋ ਕੇ ਗਏ। ਤਾਂ ਇਸ ਕਰਕੇ ਕਿਸੇ ਪੋਲੀਟੀਕਲ ਲੀਡਰ ਨੂੰ, ਕਿਸੇ ਸਿਰਕੱਢ ਲੋਕ ਨੂੰ, ਕਿਸੇ ਨੂੰ ਵੀ ਇਹਨਾਂ ਨੇ ਪਹਿਲਾਂ ਰੇਲ ਲੋਕ ਅੰਦੋਲਨ ਵੀ ਚੱਲਿਆ ਸੀ, ਉਹਦੇ ਵਿੱਚ ਵੀ ਇੱਦਾਂ ਹੀ ਦੇਖਣ ਨੂੰ ਮਿਲਿਆ ਸੀ, ਜਿਹੜਾ ਮੈਨੂੰ ਲੱਗਦਾ ਵੀ ਸੰਘਰਸ਼ ਦੀ ਬਹੁਤ ਵੱਡੀ ਕਾਮਯਾਬੀ ਦਾ ਇਹਦੇ ਪਿੱਛੇ ਇੱਕ ਰੀਜਨ ਹੈ ਵੀ ਇਹ ਸੰਘਰਸ਼ ਨਰੋਲ ਲੋਕਾਂ ਦਾ ਸੰਘਰਸ਼ ਰਿਹਾ, ਨਰੋਲ ਕਿਸਾਨਾਂ ਦਾ ਸੰਘਰਸ਼ ਰਿਹਾ, ਲੀਡਰਾਂ ਦਾ ਸੰਘਰਸ਼ ਨਹੀਂ ਹੈ, ਪੋਲੀਟੀਸ਼ੀਅਨਾਂ ਦਾ ਸੰਘਰਸ਼ ਨਹੀਂ ਰਿਹਾ, ਜਾਂ ਕਿਸੇ ਹੋਰ ਮਹਿੰਗੇ ਸਸਤੇ ਵਿਅਕਤੀ ਦਾ ਸੰਘਰਸ਼ ਨਹੀਂ ਰਿਹਾ। ਸੋ ਇਸ ਤਰ੍ਹਾਂ ਹੁਣ ਅਸੀਂ ਇਸ ਤੋਂ ਅੱਗੇ ਇੱਕ ਹੋਰ ਜਿਹੜਾ ਤੁਸੀਂ ਸਿਆਸੀ ਲੋਕਾਂ ਦੀ ਗੱਲ ਕੀਤੀ ਹੈ, ਹੁਣ ਇੱਕ ਹੋਰ ਵੀਡੀਓ ਸਾਂਝੀ ਕਰਾਂਗੇ ਆਪਾਂ ਸਰੋਤਿਆਂ ਦੇ ਨਾਲ, ਜਿਹਦੇ ਵਿੱਚ ਕੀ ਹੈਗਾ ਹੈ ਕਿ ਇੱਕ ਇਤਰਾਜ਼ਯੋਗ ਹੋਰ ਗੱਲ ਆਈ ਹੈ, ਜਿਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਨਵੇਂ ਪ੍ਰਧਾਨ ਚੁਣੇ ਗਏ ਨੇ ਸ਼੍ਰੀਮਤੀ ਬੀਬੀ ਜਗੀਰ ਕੌਰ ਜੀ, ਉਹਨਾਂ ਨੇ ਇੱਕ ਸਿਆਸੀ ਬਿਆਨ ਦਿੱਤਾ। ਉਹਦੇ ਵਿੱਚ ਕੁਛ ਇਸ ਸੰਘਰਸ਼ ਦੇ ਉੱਤੇ ਮਤਲਬ ਕਿਸੇ ਕਿਸਮ ਦਾ ਦਾਅਵਾ ਕੀਤਾ ਗਿਆ ਵੀ ਇਹ ਪਾਰਟੀ ਦਾ ਸੰਘਰਸ਼ ਹੈ ਜਾਂ ਸਾਡੇ ਲੋਕਾਂ ਦਾ ਸੰਘਰਸ਼ ਹੈ ਜਾਂ ਅਸੀਂ ਚਲਾਇਆ ਹੋਇਆ, ਇੱਦਾਂ ਦਾ ਕੋਈ ਦਾਅਵਾ ਕੀਤਾ ਗਿਆ, ਜਿਹਦੇ ਵਿੱਚ ਮੈਂ ਇੱਕ ਵੀਡੀਓ ਸਰੋਤਿਆਂ ਨਾਲ ਸਾਂਝੀ ਕਰਾਂ, ਜਿਹਦੇ ਵਿੱਚ ਕਿਸਾਨ ਸੰਘਰਸ਼ ਆਗੂ ਬਲਬੀਰ ਸਿੰਘ ਰਾਜੇਵਾਲ ਐਂਡ ਡੱਲੇਵਾਲ ਜੀ, ਜਿਨ੍ਹਾਂ ਨੇ ਉਸ ਦਾ ਬਿਆਨ ਦਾ ਇੰਨਾ ਤਿੱਖਾ ਵਿਰੋਧ ਕੀਤਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਵੀ ਕਾਰਵਾਈ ਦੀ ਮੰਗ ਕੀਤੀ ਹੈ, ਅਕਾਲੀ ਦਲ ਦੇ ਸਰਪ੍ਰਸਤ ਤੋਂ ਵੀ ਉਹਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਤਾਂ ਉਹ ਤੁਸੀਂ ਨਾ ਵੀਡੀਓ ਕਲਿੱਪ ਦੇ ਵਿੱਚ ਦੇਖੋ ਵੀ ਉਹ ਬਿਆਨ ਦੇ ਵਿੱਚ ਜਿਹੜਾ ਕਿਸਾਨ ਸੰਘਰਸ਼ ਆਗੂਆਂ ਦੇ ਵਿੱਚ ਜਿਹੜਾ ਰੋਸ ਹੈ ਉਹ ਕਿਸ ਪੱਧਰ ਦਾ ਰੋਸ ਹੈ ਤੇ ਕਿਵੇਂ ਉਸ ਬਿਆਨ ਨੂੰ ਕੰਡੈਮ ਕਰਦੇ ਨੇ, ਇਹ ਤੁਸੀਂ ਨੈਕਸਟ ਵੀਡੀਓ ਵਿੱਚ ਦੇਖੋ। बीबी जगीर कौर प्रेसिडेंट श्रोमणी गुरुद्वारा प्रबंधक कमेटी ने एक बहुत ही अफसोसनाक बयान दिया है। हमें कष्ट हुआ कि SGPC सिखों की धार्मिक जथेबंदी है, उसकी प्रेसिडेंट इतना बड़ा झूठ बोलेगी तो उसका मैसेज क्या जाएगा। श्रोमणी अकाली दल का इस आंदोलन से कुछ भी नज़दीक का रिश्ता नहीं, वास्ता नहीं। उसने कह दिया कि ये आंदोलन तो हमारा है, हमने किसान जथेबंदियों को आगे लगाया हुआ है। तो हम उसके बयान की निंदा तो करते हैं, इसके साथ अकाली दल से मांग करते हैं कि अकाली दल उसके खिलाफ कार्रवाई करे। दूसरी बात मांग करते हैं कि SGPC प्रेसिडेंट झूठ बोली है, इसलिए श्री अकाल तख्त साहब उसके खिलाफ कार्रवाई करें।
ਮੈਂ ਉਹਦੇ ਤੇ ਬਾਰੇ 'ਚ ਇਹ ਕਹਿਣਾ ਚਾਹੂੰਗਾ, ਮੈਂ ਸਾਡੀ ਸਤਿਕਾਰਯੋਗ ਬੀਬੀ ਜੀ ਨੂੰ, ਕਿ ਜੇ ਤੈਨੂੰ ਇੰਨਾ ਯਕੀਨ ਹੈ ਵੀ ਤੁਹਾਡੇ ਬਿਠਾਏ ਆ, ਫਿਰ ਤਾਂ ਤੁਹਾਡੇ ਭਰੋਸੇ ਯੋਗ ਹੈ ਨਾ ਸਾਰੇ ਇਹ, ਫਿਰ ਕਿਰਪਾ ਕਰਕੇ ਇੱਕ ਵਾਰੀ ਆ ਕੇ ਸਟੇਜ ਤੇ ਬੋਲ ਤਾਂ ਜਾ। ਇਹ ਤਾਂ ਸੰਬੋਧਨ ਕਰਨਾ ਬਣਦਾ ਹੈ। ਜੇ ਤਾਂ ਸੰਬੋਧਨ ਕਰ ਗਈ ਪ੍ਰੈਸ ਦੇ ਸਾਹਮਣੇ, ਫਿਰ ਤਾਂ ਸਾਰੇ ਮਤਲਬ ਭੇਦ ਖੁੱਲ੍ਹ ਜਾਣਗੇ ਵੀ ਠੀਕ ਹੈ ਇਹ ਮਤਲਬ ਅਕਾਲੀ ਦਲ ਦੇ ਬਿਠਾਏ ਨੇ, ਤੇ ਜੇ ਇੱਥੇ ਸੰਬੋਧਨ ਕਰਨੀ ਨਾ ਚਿਹਰਾ ਹੀ ਨਾ ਮੂੰਹ ਹੀ ਨਾ ਇੱਧਰ ਨੂੰ ਕੀਤਾ, ਤੇ ਫਿਰ ਇਹਦਾ ਮਤਲਬ ਇਹ ਹੈ ਕਿ ਝੂਠ ਬੋਲ ਰਹੀ ਹੈ, ਔਰ ਅਜਿਹੇ ਝੂਠ ਬੋਲਣ ਤੋਂ ਉਹਨੂੰ ਸਾਨੂੰ ਸਾਡੇ ਅੰਦੋਲਨ ਨੂੰ ਬਦਨਾਮ ਕਰ ਰਹੀ ਹੈ, ਉਵੇਂ ਹੀ ਜਿਵੇਂ ਬੀਜੇਪੀ ਕਰ ਰਹੀ ਹੈ। ਸੋ ਸਾਡਾ ਤਾਂ ਇਹੀ ਕਹਿਣਾ ਹੈ ਬਈ ਉਹ ਯੋਗਦਾਨ ਦੀ ਗੱਲ ਕਰੋ, ਉਸ ਪੱਧਰ ਦੀ ਗੱਲ ਕਰੋ, ਉਸ ਲੈਵਲ ਦੀ ਗੱਲ ਕਰੋ, ਉਹ ਹਿੱਸੇਦਾਰੀ ਦੀ ਗੱਲ ਕਰੋ ਜੋ ਤੁਹਾਡਾ ਸੰਘਰਸ਼ ਦੇ ਵਿੱਚ ਯੋਗਦਾਨ ਹੈ। ਜੇ ਤੁਸੀਂ ਕੋਈ ਯੋਗਦਾਨ ਪਾਇਆ ਤਾਂ ਉਹਦੀ ਗੱਲ ਕਰੋ, ਨਹੀਂ ਤੁਸੀਂ ਮੇਰੇ ਖਿਆਲ 'ਚ ਚੁੱਪ ਰਹਿ ਕੇ ਵਧੀਆ ਗੱਲ ਹੈਗੀ ਹੈ। ਸੰਘਰਸ਼ ਦਾ ਤੁਸੀਂ ਮਾਣ ਸਤਿਕਾਰ ਕਰੋ ਤੇ ਹੱਲਾਸ਼ੇਰੀ ਕਰੋ। ਜਿੰਨੀ ਸੰਘਰਸ਼ ਦੇ ਵਿੱਚ ਜਿਹੜੇ ਲੋਕ ਯੋਗਦਾਨ ਪਾ ਰਹੇ ਨੇ ਉਹ ਬਹੁਤ ਵਧੀਆ ਗੱਲ ਹੈ, ਤੇ ਨਹੀਂ ਸਾਡੇ ਨਾਲ ਗਲਤ ਟਿੱਪਣੀ ਕਰਨ ਨਾਲੋਂ ਸਾਡਾ ਚੁੱਪ ਰਹਿਣਾ ਜ਼ਿਆਦਾ ਵਧੀਆ ਲੱਗਦਾ ਹੈ। ਤਾਂ ਮਾਨ ਸਾਹਿਬ, ਮੈਂ ਅੱਗੇ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨੀ ਚਾਹੁੰਦਾ ਕਿ ਇਹ ਜਿਹੜਾ ਹੁਣ ਤੁਸੀਂ ਸੰਘਰਸ਼ ਦੇਖ ਰਹੇ ਹੋ, ਇਹਦੇ ਵਿੱਚ ਜਿਹੜਾ ਕਿਸ ਪੱਧਰ ਦਾ ਤੁਹਾਨੂੰ ਹੋਰ ਸੁਧਾਰ ਲੱਗ ਰਿਹਾ ਵੀ ਆਹ ਇਹਦੇ 'ਚ ਠੀਕ ਗੱਲ ਹੋ ਰਹੀ ਹੈ? ਬਾਂਸਲ ਸਾਹਿਬ, ਇਹ ਸੰਘਰਸ਼ ਜਦੋਂ ਸ਼ੁਰੂ ਹੋਇਆ, ਸਰਕਾਰ ਇਹ ਸੋਚਦੀ ਵੀ ਸ਼ਾਇਦ ਇਹ 2 ਦਿਨ 4 ਦਿਨ ਜਾਂ 10 ਦਿਨ ਚੱਲੂਗਾ, ਪਰ ਇਸ ਤਰੀਕੇ ਨਾਲ ਜਿਸ ਤਰ੍ਹਾਂ ਅੱਜ ਅਸੀਂ ਦੇਖ ਰਹੇ ਹਾਂ ਕਿ ਹਰ ਵਰਗ, ਬੱਚਾ, ਬਜ਼ੁਰਗ, ਔਰਤ ਉਸ ਸੰਘਰਸ਼ ਦੇ ਵਿੱਚ ਸ਼ਾਮਲ ਹੋਣ ਜਾ ਰਿਹਾ ਹੈ, ਤੇ ਜਿਸ ਦੇ ਨਾਲ ਇਹ ਸਿਰਫ ਇੰਡੀਆ ਲੈਵਲ ਨਹੀਂ, ਮੈਨੂੰ ਲੱਗਦਾ ਇਹ ਵਰਲਡ ਲੈਵਲ 'ਤੇ ਹੀ ਇਹ ਸੰਘਰਸ਼ ਜੋ ਹੈ ਮਸ਼ਹੂਰ ਹੋ ਰਿਹਾ, ਜਿਸ ਦਾ ਸਰਕਾਰ ਨੂੰ ਦੇਰੀ ਕਰਨ ਦਾ ਖਮਿਆਜ਼ਾ ਭੁਗਤਣਾ ਪਊਗਾ। ਮੈਂ ਸੋਚਦਾ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਜੇ ਸਰਕਾਰ ਅੱਜ ਵੀ ਸੋਚੇ, ਜਿੰਨਾ ਜਲਦੀ ਹੋ ਸਕੇ ਇਹਦਾ ਨਿਬੇੜਾ ਕਰੇ ਤਾਂ ਬਹੁਤ ਅੱਛੀ ਗੱਲ ਹੈ। ਜਿੰਨਾ ਲੰਬਾ ਲੈ ਕੇ ਜਾਊਗੀ ਉਹਨਾਂ ਸਰਕਾਰ ਦਾ ਵੀ, ਦੇਸ਼ ਦਾ ਵੀ, ਸਮਾਜ ਦਾ ਵੀ, ਹਰ ਇੱਕ ਚੀਜ਼ ਦਾ ਨੁਕਸਾਨ ਹੈ। ਮੈਂ ਸੋਚਦਾ ਵੀ ਸਰਕਾਰ ਇਸ ਚੀਜ਼ ਦੇ ਉੱਤੇ ਜਲਦੀ ਤੋਂ ਜਲਦੀ ਕੋਈ ਐਕਸ਼ਨ। ਇਹ ਇਸੇ ਤੁਹਾਡੀ ਗੱਲ ਦੇ ਉੱਤੇ ਮੈਂ ਗੱਲ ਕਰਨ ਜਾ ਰਿਹਾ ਕਿ ਜਿਹੜਾ ਇਹ ਸੰਘਰਸ਼ ਹੈ ਇਹਨੂੰ ਪਹਿਲੇ ਦਿਨ ਤੋਂ ਹੀ ਲੈ ਕੇ ਜੀ ਅੱਜ ਤੱਕ ਤੇ ਉਮੀਦ ਹੈ ਅੱਗੇ ਵੀ ਪਹਿਲੇ ਦਿਨ ਤੋਂ ਰੇਲ ਰੋਕੋ ਅੰਦੋਲਨ ਤੋਂ ਲੈ ਕੇ ਇਸ ਨੂੰ ਬੜੇ ਯੋਜਨਾਬੱਧ ਤਰੀਕੇ ਨਾਲ ਸ਼ਾਂਤਮਈ ਰੱਖਿਆ ਗਿਆ ਹੈ। ਚਾਹੇ ਉਹ ਲੀਡਰਾਂ ਦੀ ਤੁਸੀਂ ਗੁਣਵੱਤਾ ਕਹਿ ਲਓ, ਉਹਨਾਂ ਦਾ ਇਹ ਸਿਆਣਪ ਕਹਿ ਲਓ, ਉਹਨਾਂ ਦਾ ਇਹ ਤਰੀਕਾ ਕਹਿ ਲਓ, ਸੰਘਰਸ਼ ਨੂੰ ਚਲਾਉਣ ਦਾ ਤਰੀਕਾ ਕਹਿ ਲਓ, ਇਸ ਨੂੰ ਪੂਰਨ ਸ਼ਾਂਤਮਈ, ਹਾਲਾਂਕਿ ਕੁਝ ਹੁੱਲੜਬਾਜ਼ਾਂ ਨੂੰ ਉੱਥੇ ਫੜਿਆ ਵੀ ਗਿਆ, ਚਾਹੇ ਉਹ ਕਿਸੇ ਦੇ ਭੇਜੇ ਹੋਏ ਹੋਣ, ਸਾਨੂੰ ਨਹੀਂ ਪਤਾ ਕਿਹਦੇ ਭੇਜੇ ਹੈ, ਤਾਂ ਸੰਘਰਸ਼ ਦੇ ਵਿੱਚ ਨੌਜਵਾਨਾਂ ਨੇ ਕੁਝ ਹੁੱਲੜਬਾਜ਼ਾਂ ਨੂੰ ਫੜਿਆ ਵੀ ਹੈ। ਤਾਂ ਅਸੀਂ ਵੀਡੀਓ ਦੇ ਵਿੱਚ ਵੀ ਕਈ ਵੀਡੀਓ ਦੇਖਿਆ ਹੈ, ਤਾਂ ਉਹਦੇ ਵਿੱਚ ਉਹ ਦੱਸ ਵੀ ਰਹੇ ਆ ਵੀ ਇੰਨੇ ਬੰਦੇ ਅਸੀਂ ਅੱਜ ਉੱਥੇ ਸ਼ਰਾਰਤ ਕਰਦੇ ਫੜੇ ਆ। ਤਾਂ ਮਤਲਬ ਮੁਬਾਰਕਬਾਦ ਜਾਂਦੀ ਹੈ ਸੰਘਰਸ਼ ਦੇ ਲੀਡਰਾਂ ਨੂੰ, ਨੌਜਵਾਨਾਂ ਨੂੰ, ਜਿਨ੍ਹਾਂ ਨੇ ਪੂਰਾ ਸੰਜਮ ਤੋਂ ਕੰਮ ਲਿਆ। ਚਾਹੇ ਸਰਕਾਰ ਨੇ ਹਾਲੇ ਤੱਕ ਪੂਰੀ ਤਰ੍ਹਾਂ ਗੱਲ ਨਹੀਂ ਸੁਣੀ ਜਿੰਨੀ ਸੁਣਨੀ ਚਾਹੀਦੀ ਹੈ, ਤਾਂ ਉਹਦੇ ਵਿੱਚ ਜਿਹੜਾ ਸ਼ਾਂਤੀਮਈ ਧਰਨਾ ਰੱਖਿਆ ਗਿਆ, ਸ਼ਾਂਤੀਮਈ ਪ੍ਰੋਟੈਸਟ ਚੱਲ ਰਿਹਾ, ਸ਼ਾਂਤੀਮਈ ਗੱਲਾਂ ਹੋ ਰਹੀਆਂ ਨੇ। ਤਾਂ ਜਿਹੜੇ ਲੋਕ ਉੱਥੇ, ਮੈਂ ਜਿਵੇਂ ਜੋਗਰਾਜ ਸਿੰਘ ਦੀ ਐਗਜ਼ਾਮਪਲ ਦਿੱਤੀ ਹੈ, ਆਹ ਸੈਕਿੰਡ ਵੀਡੀਓ ਕਲਿੱਪ ਤੁਹਾਨੂੰ ਦਿਖਾਇਆ, ਇੱਕ ਐਗਜ਼ਾਮਪਲ ਮੈਂ ਤੁਹਾਨੂੰ ਹੋਰ ਦੇਣ ਜਾ ਰਿਹਾ, ਜਿਨ੍ਹਾਂ ਦੀਆਂ ਸਟੇਟਮੈਂਟਾਂ ਉਸ ਸੰਘਰਸ਼ ਦੇ ਨਾਲ ਤਾਲਮੇਲ ਨਹੀਂ ਖਾਂਦੀਆਂ। ਦੇਖੋ, ਜਦੋਂ ਲੀਡਰ ਕਹਿ ਰਹੇ ਨੇ ਵੀ ਸਾਡਾ ਸੰਘਰਸ਼ ਜਿਹੜਾ ਹੈਗਾ ਇੱਕ ਪੂਰਨ ਸ਼ਾਂਤਮਈ ਸੰਘਰਸ਼ ਹੈ, ਇਹਦੇ ਵਿੱਚ ਕਿਸੇ ਕਿਸਮ ਦੀ ਹਿੰਸਾ ਨੂੰ, ਕਿਸੇ ਕਿਸਮ ਦੇ ਭੜਕਾਊ ਭਾਸ਼ਣਾਂ ਨੂੰ, ਕਿਸੇ ਕਿਸਮ ਦੇ ਤੋੜ-ਫੋੜ ਨੂੰ ਕੋਈ ਜਗ੍ਹਾ ਨਹੀਂ ਹੈ। ਜਿਹੜਾ ਇਹ ਸੰਘਰਸ਼ ਦੀ ਵੱਡੀ ਕਾਮਯਾਬੀ ਹੈ, ਨਹੀਂ ਤਾਂ ਇੰਨਾ ਇਕੱਠ, ਲੱਖਾਂ ਲੋਕਾਂ ਦਾ ਇਕੱਠ ਤੇ ਲੰਬਾ ਸੰਘਰਸ਼ ਚੱਲਿਆ ਹੋਵੇ ਤੇ ਉਹਦੇ ਵਿੱਚ ਇੱਕ ਵੀ ਐਸੀ ਘਟਨਾ ਨਾ ਹੋਵੇ ਜਿਹਦੇ ਵਿੱਚ ਕਿਸੇ ਨੂੰ ਕਹਿ ਸਕੀਏ ਵੀ ਇਹਨਾਂ ਨੇ ਜੀ ਗੜਬੜ ਕੀਤੀ ਹੈ। ਸਰਕਾਰ ਨੂੰ ਜਾਣੀ ਕਿ ਬਿਲਕੁਲ ਮੌਕਾ ਨਹੀਂ ਦਿੱਤਾ ਜਾ ਰਿਹਾ ਸੰਘਰਸ਼ ਦੇ ਵਿੱਚ ਵੀ ਤੁਸੀਂ ਕੋਈ ਉਹਨਾਂ ਦੇ ਉੱਤੇ ਇਲਜ਼ਾਮ ਲਾ ਸਕੋ, ਕੋਈ ਉਹ 'ਤੇ ਐਕਸ਼ਨ ਲੈ ਸਕੋ, ਬਿਲਕੁਲ ਐਸਾ ਦੀ ਕੋਈ ਚੀਜ਼ ਨਹੀਂ ਹੈ। ਲੇਕਿਨ ਉਹਦੇ ਪੈਰਲਲ ਜਿਹੜੀ ਮੈਂ ਗੱਲ ਅੱਗੇ ਕਰਨ ਜਾ ਰਿਹਾ, ਉਹਦੇ ਪੈਰਲਲ ਕੀ ਹੈਗਾ, ਚਾਹੇ ਜੋਗਰਾਜ ਸਿੰਘ ਦੀ ਗੱਲ ਆਪਾਂ ਕੀਤੀ ਹੈ, ਚਾਹੇ ਆਪਾਂ ਇੱਕ ਸੈਕਿੰਡ ਕਲਿੱਪ ਦੇ ਵਿੱਚ ਬੀਬੀ ਜੀਰ ਕੌਰ ਜੀ ਦੀ ਗੱਲ ਕੀਤੀ ਹੈ, ਜਿਨ੍ਹਾਂ ਦੇ ਬਿਆਨ ਦੇ ਉੱਤੋਂ ਲੀਡਰ ਆਹਤ ਹੋਏ ਨੇ, ਜਿਨ੍ਹਾਂ ਨੇ ਉਹਦਾ ਸਖਤ ਵਿਰੋਧ ਕੀਤਾ, ਨਿੰਦਾ ਕੀਤੀ ਹੈ ਵੀ ਇਹ ਜਿਹੜੀਆਂ ਤੁਸੀਂ ਸਟੇਟਮੈਂਟਾਂ ਦਿੱਤੀਆਂ ਨੇ, ਡੱਲੇਵਾਲ ਜੀ ਨੇ ਸਪੈਸ਼ਲ ਕਿਹਾ ਵੀ ਜਿਹੜੀਆਂ ਤੁਸੀਂ ਸਟੇਟਮੈਂਟਾਂ ਦਿੱਤੀਆਂ ਨੇ ਉਹ ਤੁਸੀਂ ਸਾਡੀ ਸਟੇਜ 'ਤੇ ਆ ਕੇ ਦੇ ਕੇ ਦਿਖਾਓ ਜੇ ਤੁਸੀਂ ਸਹੀ ਹੋ। ਵੀ ਜੇ ਤੁਹਾਡੀ ਸਟੇਟਮੈਂਟ ਸਹੀ ਹੈ ਤਾਂ ਸਾਡੀ ਸਟੇਜ 'ਤੇ ਆ ਕੇ ਕਹੋ। ਜੇ ਸਟੇਜ 'ਤੇ ਆ ਕੇ ਨਹੀਂ ਕਹਿ ਸਕਦੇ, ਇਹਦਾ ਮਤਲਬ ਤੁਹਾਡੀ ਸਟੇਟਮੈਂਟ ਦੇ ਵਿੱਚ ਕੋਈ ਦਮ ਨਹੀਂ ਹੈ, ਇਹ ਗੁੰਮਰਾਹਕੁਨ ਸਟੇਟਮੈਂਟ ਹੈ, ਗਲਤ ਸਟੇਟਮੈਂਟ ਹੈ। ਇਸੇ ਤਰ੍ਹਾਂ ਦਾ ਇੱਕ ਹੋਰ ਕਲਿੱਪ ਛੋਟਾ ਜਿਹਾ ਆਪਾਂ ਸਰੋਤਿਆਂ ਦੀ ਨਜ਼ਰ ਕਰਾਂਗੇ, ਜਿਹਦੇ ਵਿੱਚ ਆਪਾਂ ਪਹਿਲਾਂ ਗੱਲ ਕੀਤੀ ਸੀ ਵੀ ਪੋਲੀਟੀਸ਼ੀਅਨ, ਗਾਇਕ, ਜਿਹੜੇ ਵੀ ਸਿਰਕੱਢ ਲੋਕ ਨੇ ਉਹ ਸਿਹਰਾ ਲੈਣ ਦੀ ਕੋਸ਼ਿਸ਼ਾਂ ਕਰਦੇ ਨੇ। ਤਾਂ ਅਸੀਂ ਇੱਕ ਪੰਜਾਬੀ ਗੀਤ ਦੀ ਵੀ ਗੱਲ ਕਰਾਂਗੇ, ਇਹਦੇ ਵਿੱਚ ਗਾਇਕਾਂ ਦੇ ਉੱਤੇ ਵੀ ਥੋੜ੍ਹੀ ਟਿੱਪਣੀ ਹੋਊਗੀ ਇਹਦੇ ਵਿੱਚ, ਕਿ ਜਿਹੜਾ ਇੱਕ ਗੀਤ ਹੈਗਾ ਉਹਦੇ ਵਿੱਚ ਕਿਸਾਨ ਸੰਘਰਸ਼ ਦੇ ਨੁਮਾਇੰਦੇ ਬਾਰ-ਬਾਰ ਹਰ ਰੋਜ਼ ਇਹ ਚੀਜ਼ਾਂ ਦੁਹਰਾਉਂਦੇ ਨੇ ਵੀ ਇਹ ਸੰਘਰਸ਼ ਸ਼ਾਂਤਮਈ ਹੈ, ਇਹਦੇ ਵਿੱਚ ਕਿਸੇ ਕਿਸਮ ਦੀ ਹਿੰਸਾ ਨੂੰ ਕੋਈ ਜਗ੍ਹਾ ਨਹੀਂ ਹੈ। ਤਾਂ ਮੇਰੇ ਖਿਆਲ ਦੇ ਵਿੱਚ ਉਹੋ ਜਿਹੇ ਗੀਤਾਂ ਦੇ ਵਿੱਚ ਗੀਤ ਸੰਘਰਸ਼ ਦੇ ਉੱਤੇ ਗਾਉਣੇ ਮੁਬਾਰਕ ਨੇ। ਸੈਂਕੜੇ ਗੀਤ ਗਾਏ ਗਏ ਨੇ,
ਔਰ ਵੱਖਰੇ ਵੱਖਰੇ ਗਾਇਕਾਂ ਨੇ ਗਾਏ ਨੇ, ਲਗਭਗ ਹਰ ਇੱਕ ਗਾਇਕ ਨੇ ਗਾਏ ਨੇ, ਪਰ ਕੁਝ ਗਾਇਕ ਇਹਦੇ ਵਿੱਚ ਇਹੋ ਜਿਹੀ ਲਫ਼ਜ਼ ਇਹੋ ਜਿਹੀ ਸ਼ਬਦਾਵਲੀ ਵਰਤਦੇ ਨੇ ਜਿਹੜਾ ਕਿਸਾਨ ਸੰਘਰਸ਼ ਦੇ ਨਾਲ ਕੋਈ ਤਾਲਮੇਲ ਨਹੀਂ ਹੈ। ਤਾਂ ਇੱਕ ਜਿਹੜਾ ਗੀਤ ਦਾ ਕਲਿੱਪ ਹੈ ਉਹ ਤੁਹਾਨੂੰ ਦਿਖਾਵਾਂਗੇ। ਉਹ ਗੀਤ ਦੇ ਵਿੱਚ ਕੀ ਹੈਗਾ ਕਿ ਉਹ ਗਾਇਕ ਤੇ ਗੀਤਕਾਰ ਉਹ ਕਿਸਾਨ ਸੰਘਰਸ਼ ਦੇ ਵਿੱਚ ਗਾਏ ਗੀਤ ਤੇ ਇਹੋ ਜਿਹੀਆਂ ਫੜਾਂ ਮਾਰਦੇ ਨੇ। ਮੈਂ ਪਹਿਲਾਂ ਕਿਹਾ ਸੀ ਜਿਹੜਾ ਕੰਮ ਤੁਸੀਂ ਕੀਤਾ ਨਹੀਂ ਉਹ ਕੰਮ ਦਾ ਤੁਸੀਂ ਬੱਲੇ ਬੱਲੇ ਕਰਦੇ ਹੋ, ਉਹ ਕੰਮ ਦਾ ਤੁਸੀਂ ਸਿਹਰਾ ਲੈਣ ਦੀ ਗੱਲ ਕਰਦੇ ਹੋ ਤਾਂ ਉਹਨੂੰ ਫੜ ਕਿਹਾ ਜਾਂਦਾ ਹੈ ਜੀ, ਉਹਨੂੰ ਫੜ ਕਿਹਾ ਜਾਂਦਾ ਹੈ। ਤਾਂ ਇਹ ਤੁਸੀਂ ਹੁਣ ਪਹਿਲਾਂ ਗੀਤ ਦੇ ਵਿੱਚ ਕਲਿੱਪ ਦੇਖੋ ਕਿ ਉਹ ਆਪਣੇ ਵੱਡਾ ਯੋਧਾ ਸੂਰਮਾ ਦੱਸ ਰਿਹਾ। ਇੱਕ ਕੰਮ ਦੇਖੋ ਕਿਸੇ ਨੇ ਕੀਤਾ, ਤੁਸੀਂ ਇਹ ਕਹਿ ਸਕਦੇ ਹੋ ਕੰਮ ਫਲਾਣੇ ਦਾ ਕੀਤਾ ਵਧੀਆ, ਪਰ ਜੇ ਉਹ ਕੰਮ ਨੂੰ ਤੁਸੀਂ ਕਹੋ ਕਿ ਮੈਂ ਕੀਤਾ ਹੈ, ਇਹ ਕੰਮ ਅਸੀਂ ਕੀਤਾ ਹੈ, ਤਾਂ ਇਹ ਤੁਸੀਂ ਗੀਤ ਦਾ ਕਲਿੱਪ ਸੁਣੋ, ਇਹਦੇ ਬਾਰੇ ਮੈਂ ਤੁਹਾਨੂੰ ਫੇਰ ਦੱਸਦਾ ਅੱਗੇ। ਠੀਕ। ਪੁੱਠਾ ਪੰਗਾ ਲੈ ਲਿਆ ਮੋਦੀਆ, ਪੁੱਠਾ ਪੰਗਾ ਲੈ ਲਿਆ ਮੋਦੀਆ, ਹੱਥ ਜੱਟਾਂ ਦੀ ਜ਼ਮੀਨ ਨੂੰ ਪਾ ਕੇ 21 ਸਾਲ ਬਾਅਦ ਠੋਕਿਆ ਵੈਰੀ ਵਿੱਚ ਸੀ ਲੰਡਨ ਅਸੀਂ ਜਾ ਕੇ, 21 ਸਾਲ ਬਾਅਦ ਠੋਕਿਆ ਵੈਰੀ ਵਿੱਚ ਸੀ ਲੰਡਨ ਅਸੀਂ ਜਾ ਕੇ, 21 ਸਾਲ ਬਾਅਦ ਠੋਕਿਆ ਵੈਰੀ ਵਿੱਚ ਸੀ ਲੰਡਨ ਅਸੀਂ ਜਾ ਕੇ। ਤੁਸੀਂ ਸੁਣਿਆ ਗੀਤ ਦਾ ਕਲਿੱਪ, ਦੇਖੋ ਸਰੋਤਿਆਂ ਨੂੰ ਅਸੀਂ ਇਹ ਗੱਲ ਦੁਬਾਰਾ ਰਿਪੀਟ ਕਰਨ ਜਾ ਰਹੇ ਹਾਂ ਜੋ ਗੀਤ ਦੇ ਵਿੱਚ ਕਿਹਾ ਗਿਆ ਹੈ। ਇਸ ਗੀਤ ਦੇ ਵਿੱਚ ਗਾਇਕ ਨੇ ਕਿਹਾ ਤੇ ਗੀਤਕਾਰ ਨੇ ਲਿਖਿਆ ਕਿ 21 ਸਾਲ ਬਾਅਦ ਅਸੀਂ ਇੰਗਲੈਂਡ ਵਿੱਚ ਜਾ ਕੇ ਬੈਰੀ ਨੂੰ ਸੋਧਿਆ, ਅਸੀਂ ਬੈਰੀ ਨੂੰ ਸੋਧਿਆ ਗੀਤ ਦੇ ਵਿੱਚ ਕਿਹਾ ਗਿਆ। ਤਾਂ ਮੈਂ ਪਹਿਲਾਂ ਕਿਹਾ ਕਿ ਉਸ ਚੀਜ਼ ਦਾ ਦਾਅਵਾ ਹੁੰਦਾ ਹੈ, ਉਸ ਚੀਜ਼ ਦੀ ਫੜ ਮਾਰੀ ਜਾ ਸਕਦੀ ਹੈ ਜਿਹੜਾ ਕੰਮ ਤੁਸੀਂ ਕੀਤਾ ਹੋਵੇ। ਹੁਣ ਸਾਡਾ ਇਸ ਗਾਇਕ ਨੂੰ ਵੀ ਸਵਾਲ ਹੈ, ਜਿਸ ਤਰ੍ਹਾਂ ਸਾਡਾ ਜੋਗਰਾਜ ਸਿੰਘ ਨੂੰ ਸਵਾਲ ਸੀ ਨਾ ਕਿ ਤੂੰ ਹਿੰਦੂਆਂ ਦੀਆਂ ਧੀਆਂ ਭੈਣਾਂ ਵੇਲੇ ਕਿੱਥੇ ਸੀ, ਅਹਿਮਦ ਸ਼ਾਹ ਅਬਦਾਲੀ ਵੇਲੇ ਤੂੰ ਕਿੱਥੇ ਸੀ। ਤਾਂ ਇਸ ਗਾਇਕ ਨੂੰ ਵੀ ਸਾਡਾ ਇਸ ਮੰਚ ਤੋਂ ਸਵਾਲ ਹੈ ਕਿ ਤੁਸੀਂ ਇਸ ਗੀਤ ਦੇ ਵਿੱਚ ਕਹਿ ਰਹੇ ਹੋ ਕਿ 21 ਸਾਲ ਬਾਅਦ ਅਸੀਂ ਇੰਗਲੈਂਡ ਵਿੱਚ ਜਾ ਕੇ ਬੈਰੀ ਨੂੰ ਸੋਧਿਆ। ਤਾਂ ਮੇਰੇ ਖਿਆਲ ਮੁਤਾਬਕ ਜਿੰਨੀ ਕੁ ਮੇਰੀ ਨੌਲੇਜ ਕੰਮ ਕਰਦੀ ਹੈ, ਇਹ ਗਾਇਕ ਨੇ ਗੱਲ ਕੀਤੀ ਹੈ ਭਗਤ ਸਿੰਘ ਦੁਆਰਾ ਅਸੈਂਬਲੀ ਵਿੱਚ ਇੰਗਲੈਂਡ ਵਿੱਚ ਜਾ ਕੇ ਬੰਬ ਸੁੱਟੇ ਜਾਣ ਦੀ। ਤਾਂ ਹੁਣ ਸਾਡਾ ਇਹ ਦਾਅਵਾ ਹੈ ਵੀ ਇਹ ਗਾਇਕ ਉਸ ਟਾਈਮ ਪੈਦਾ ਨਹੀਂ ਹੋਇਆ ਸੀ ਜਿਸ ਟਾਈਮ ਦੀ ਇਹ ਗੱਲ ਕਰ ਰਿਹਾ, ਜਿਸ ਟਾਈਮ ਦਾ ਦਾਅਵਾ ਕਰ ਰਿਹਾ, ਜਿਸ ਟਾਈਮ ਦੀ ਫੜ ਮਾਰ ਰਿਹਾ। ਸੋ ਅਸੀਂ ਬਾਰ-ਬਾਰ ਕਹਿ ਰਹੇ ਹਾਂ ਕਿ ਕਿਸਾਨ ਸੰਘਰਸ਼ ਪਰਮ ਪਵਿੱਤਰ ਸੰਘਰਸ਼ ਚੱਲ ਰਿਹਾ ਹੈ, ਸ਼ਾਂਤੀਮਈ ਸੰਘਰਸ਼ ਚੱਲ ਰਿਹਾ ਹੈ। ਬਾਰ-ਬਾਰ ਅਪੀਲਾਂ ਹੋ ਰਹੀਆਂ ਨੇ ਵੀ ਸ਼ਾਂਤੀਮਈ ਸ਼ਾਂਤੀਮਈ ਸ਼ਾਂਤੀਮਈ, ਕੋਈ ਹਿੰਸਾ ਨਹੀਂ, ਕੋਈ ਇਹਦੇ ਵਿੱਚ ਹੁੱਲੜਬਾਜ਼ੀ ਨਹੀਂ। ਸੋ ਗੀਤਾਂ ਰਾਹੀਂ ਵੀ ਸਾਨੂੰ ਉਹ ਸੰਦੇਸ਼ ਦੇਣਾ ਚਾਹੀਦਾ ਹੈ ਜੋ ਕਿਸਾਨ ਸੰਘਰਸ਼ ਨੂੰ ਉੱਚਾ ਲੈ ਕੇ ਜਾਂਦਾ ਹੋਵੇ। ਉਹ ਕਹਿ ਰਹੇ ਨੇ ਕਿਸਾਨ ਸੰਘਰਸ਼ ਦੇ ਆਗੂ ਕਹਿ ਰਹੇ ਨੇ ਸ਼ਾਂਤੀ ਦੀ ਗੱਲ, ਤੁਸੀਂ ਕਹਿ ਰਹੇ ਹੋ 21 ਸਾਲ ਬਾਅਦ ਜਾ ਕੇ ਇੰਗਲੈਂਡ 'ਚ ਬੈਰੀ ਨੂੰ ਸੋਧਿਆ। ਸੋਧਣ ਸਧਾਉਣ ਦੀਆਂ ਗੱਲਾਂ ਕਿਸੇ ਹੋਰ ਮੰਚ 'ਤੇ ਠੀਕ ਹੋਣਗੀਆਂ, ਇਸ ਮੰਚ 'ਤੇ ਨਹੀਂ। ਸੋ ਇਸ ਗੀਤ ਨੂੰ ਅਸੀਂ ਕੰਡੈਮ ਕਰਦੇ ਹਾਂ। ਅਸੀਂ ਕਹਿੰਦੇ ਹਾਂ ਵੀ ਇਹੋ ਜਿਹੇ ਲਫ਼ਜ਼ ਗੀਤਾਂ ਦੇ ਵਿੱਚ ਨਹੀਂ ਵਰਤੇ ਜਾਣੇ ਚਾਹੀਦੇ। ਆਪਣੇ ਕਿਸੇ ਗਾਏ ਗੀਤ ਦੇ ਉੱਤੇ, ਜਿਵੇਂ ਮੈਂ ਜੋਗਰਾਜ ਸਿੰਘ ਜੀ ਦੀ ਗੱਲ ਕੀਤੀ ਸੀ ਵੀ ਕਿਸੇ ਫਿਲਮ ਦੇ ਸੀਨ ਉੱਤੇ ਫੜ ਮਾਰੋ ਕਿ ਮੈਂ ਆਹ ਸੀਨ ਦੇ ਵਿੱਚ ਬੱਲੇ ਬੱਲੇ ਕਰਾਤੀ, ਤੁਸੀਂ ਕਿਸੇ ਆਪਣੇ ਗਾਏ ਗੀਤ 'ਤੇ ਕਹੋ ਕਿ ਇਹ ਗੀਤ ਦੇ ਵਿੱਚ ਮੈਂ ਲੋਕਾਂ ਦੀ ਜ਼ੁਬਾਨ 'ਤੇ ਗੀਤ ਚੜ੍ਹਾਤਾ, ਤਾਂ ਤੁਸੀਂ ਕਹਿ ਰਹੇ ਹੋ ਕਿ 21 ਸਾਲ ਬਾਅਦ ਜਾ ਕੇ ਬੈਰੀ ਨੂੰ ਇੰਗਲੈਂਡ 'ਚ ਸੋਧਿਆ। ਉਹ ਭਾਈ ਸੋਧਿਆ ਤਾਂ ਭਗਤ ਸਿੰਘ ਹੋਰਾਂ ਨੇ ਹੋਣਾ, ਉਹਨਾਂ ਨੇ ਆਪਣੇ ਜਵਾਨੀਆਂ ਦਿੱਤੀਆਂ, ਆਪਣੀਆਂ ਜ਼ਿੰਦਗੀਆਂ ਦਿੱਤੀਆਂ, ਸੰਘਰਸ਼ ਕੀਤੇ, ਤੁਹਾਡਾ ਉਹਦੇ 'ਚ ਕੀ ਯੋਗਦਾਨ ਹੈ? ਸਿਰਫ ਇਹ ਕਹਿਣ ਨਾਲ ਕਿ ਅਸੀਂ ਸੋਧਿਆ ਜਾ ਕੇ ਤੁਸੀਂ ਨਹੀਂ ਸੋਧਿਆ ਹੋ ਸਕਦਾ ਹੋ। ਸੋ ਇਸ ਕਰਕੇ ਮੈਂ ਜਿੱਦਾਂ ਜੋਗਰਾਜ ਸਿੰਘ ਜੀ ਨੂੰ ਕਿਹਾ ਵੀ ਅਹਿਮਦ ਸ਼ਾਹ ਅਬਦਾਲੀ ਵੇਲੇ ਪਤਾ ਨਹੀਂ ਤੂੰ ਕਿੱਥੇ ਸੀ, ਪਤਾ ਨਹੀਂ ਕੀ ਹੋਇਆ ਕੀ ਨਹੀਂ ਹੋਇਆ, ਤੂੰ ਇਸ ਉੱਤੇ ਆਪਣਾ ਦਾਅਵਾ ਨਾ ਕਰ ਕਿ ਮੈਂ ਹਿੰਦੂਆਂ ਦੀਆਂ ਧੀਆਂ ਭੈਣਾਂ ਛੁਡਾ ਕੇ ਲਿਆਇਆ। ਸੋ ਇਸ ਗਾਇਕ ਨੂੰ ਵੀ ਸਾਡਾ ਇਹ ਸੁਨੇਹਾ ਹੈ ਵੀ ਜਿਹੜਾ ਸੋਧਣ ਸਧਾਉਣ ਦੀ ਗੱਲ ਕਰਨੀ ਹੈ ਉਹ ਕਿਸੇ ਹੋਰ ਮੰਚ 'ਤੇ ਕਰਿਓ। ਇਹ ਸੰਘਰਸ਼ਾਂ ਦਾ ਸ਼ਾਂਤਮਈ ਸੰਘਰਸ਼ ਹੈ। ਸੋ ਸਾਡੀ ਹਰ ਵਰਗ ਦੇ ਲੋਕਾਂ ਨੂੰ ਹੱਥ ਬੰਨ੍ਹ ਕੇ ਅਪੀਲ ਹੈ ਕਿ ਇਸ ਸੰਘਰਸ਼ ਦੇ ਵਿੱਚ ਜੇ ਕੋਈ ਤੁਸੀਂ ਯੋਗਦਾਨ ਪਾ ਸਕਦੇ ਹੋ, ਜੇ ਤੁਹਾਨੂੰ ਕਿਸਾਨ ਸੰਘਰਸ਼ ਨਾਲ, ਦੇਸ਼ ਦੇ ਲੋਕਾਂ ਦੇ ਸੰਘਰਸ਼ ਨਾਲ ਪਿਆਰ ਹੈ ਤਾਂ ਉੱਥੇ ਜਾ ਕੇ ਕੋਈ ਸੇਵਾ ਕਰ ਸਕਦੇ ਹੋ, ਕਰੋ। ਕੋਈ ਕਿਸੇ ਤਰੀਕੇ ਵੀ ਮਨ ਤਨ ਧਨ ਦੀ ਸੇਵਾ ਜੋ ਵੀ ਤੁਸੀਂ ਕਰ ਸਕਦੇ ਹੋ ਕਰੋ, ਲੇਕਿਨ ਉਹ ਗੱਲ ਕਹੋ ਜੋ ਇਸ ਸੰਘਰਸ਼ ਦੇ ਮੇਚ ਆਉਂਦੀ ਹੋਵੇ। ਜੋਗਰਾਜ ਸਿੰਘ ਦੀਆਂ ਫੜਾਂ ਇਹਦੇ ਮੇਚ ਨਹੀਂ ਆਉਂਦੀਆਂ। ਬੀਬੀ ਜਗੀਰ ਕੌਰ ਜੀ ਦਾ ਕਿਹਾ ਬਿਆਨ ਜਿਹਦੇ ਉੱਤੇ ਕਿਸਾਨ ਆਗੂਆਂ ਨੇ ਨਿੰਦਾ ਕੀਤੀ ਹੈ, ਅਸੀਂ ਨਹੀਂ ਕੀਤੀ, ਕਿਸਾਨ ਆਗੂਆਂ ਨੇ ਨਿੰਦਾ ਕੀਤੀ ਹੈ ਕਿ ਉਹਨਾਂ ਨੂੰ ਇੰਨਾ ਦੁੱਖ ਹੋਇਆ ਵੀ ਸਾਡੇ ਇਸ ਲੰਬੇ ਸੰਘਰਸ਼ ਨੂੰ, ਸਾਡੀ ਇਸ ਮਿਹਨਤ ਨੂੰ, ਸਾਡੇ ਇਸ ਯਤਨਾਂ ਨੂੰ ਕੋਈ ਬੰਦਾ ਆਪਣੀ ਮੋਹਰ ਲਾਵੇ ਕਿ ਸਾਡੀਆਂ ਪ੍ਰਾਪਤੀਆਂ ਨੇ। ਸੋ ਇਸ ਗਾਇਕ ਨੂੰ ਵੀ ਸਾਡੀ ਇਹ ਬੇਨਤੀ ਹੈ, ਸਾਰੇ ਗਾਇਕਾਂ ਨੂੰ ਬੇਨਤੀ ਹੈ ਵੀ ਸੰਘਰਸ਼ ਉੱਤੇ ਗੀਤ ਗਾਓ ਜੀ ਸਦਕੇ, ਜਿੰਨੇ ਮਰਜ਼ੀ ਗਾਓ, ਲੋਕ ਸੁਣਨਗੇ, ਲੋਕ ਤੁਹਾਨੂੰ ਐਪਰੀਸ਼ੀਏਟ ਕਰਨਗੇ, ਪਰ ਆਹ ਬੋਲਾਂ ਨੂੰ ਕੋਈ ਐਪਰੀਸ਼ੀਏਟ ਨਹੀਂ ਕਰੇਗਾ ਵੀ ਹਿੰਦੂਆਂ ਦੀਆਂ ਧੀਆਂ ਭੈਣਾਂ ਮੈਂ ਛੁਡਾ ਕੇ ਲਿਆਂਦੀਆਂ, ਅਸੀਂ ਇੰਗਲੈਂਡ ਵਿੱਚ ਜਾ ਕੇ ਫਲਾਣੇ ਨੂੰ ਸੋਧਿਆ, ਧਿਕੜੇ ਨੂੰ ਸੋਧਿਆ। ਸੋ ਸੰਘਰਸ਼ ਵਿੱਚ ਭਾਈ ਉਹ ਗੱਲ ਕਰੋ ਜਿਹਦੇ ਵਿੱਚ ਤੁਹਾਡਾ ਯੋਗਦਾਨ ਹੈ। ਅਸੀਂ ਅਰਦਾਸ ਕਰਦੇ ਹਾਂ ਪਰਮਾਤਮਾ ਅੱਗੇ ਵੀ ਇਹ ਜਿਹੜਾ ਸੰਘਰਸ਼ ਹੈ ਬਿਲਕੁਲ ਜਿੱਤ ਕੇ ਆਵੇ। ਅਸੀਂ ਸੰਘਰਸ਼ ਦੇ ਬਿਲਕੁਲ ਹਾਮੀ ਹਾਂ। ਖੇਤੀ ਕਾਨੂੰਨਾਂ ਦੇ ਖਿਲਾਫ ਬਿਲਕੁਲ ਅਸੀਂ ਇਹ ਗੱਲ ਸੋਚਦੇ ਹਾਂ ਵੀ ਅਗਰ ਇਹ ਲਾਗੂ ਹੋ ਗਏ
ਤਾਂ ਇਹ ਹਰ ਬੰਦੇ ਨੂੰ ਲੈ ਕੇ ਡੁੱਬਣਗੇ, ਹਰ ਬੰਦੇ ਤੇ ਇਹਨਾਂ ਕਾਨੂੰਨਾਂ ਦੀ ਮਾਰ ਪਵੇਗੀ। ਸੋ ਸਾਡੀ ਹਰ ਸਰੋਤੇ ਨੂੰ, ਹਰ ਪੰਜਾਬ ਵਾਸੀ ਨੂੰ, ਹਰ ਦੇਸ਼ ਵਾਸੀ ਨੂੰ, ਪੂਰੇ ਵਰਲਡ ਦੇ ਵਾਸੀਆਂ ਨੂੰ ਬੇਨਤੀ ਹੈ ਕਿ ਸੰਘਰਸ਼ ਦੇ ਵਿੱਚ ਯੋਗਦਾਨ ਪਾ ਸਕਦੇ ਹੋ ਪਾਓ, ਜਿੰਨਾ ਤੁਸੀਂ ਹੱਲਾਸ਼ੇਰੀ ਦੇ ਸਕਦੇ ਹੋ ਦਿਓ ਲੋਕਾਂ ਨੂੰ। ਸ਼ਾਂਤਮਈ ਸੰਘਰਸ਼ ਦੀ ਭੜਕਾਊ ਬਿਆਨ ਨਾ ਦਿਓ, ਉੱਥੇ ਦਾ ਮਾਹੌਲ ਖਰਾਬ ਨਾ ਕਰੋ, ਇਹ ਇਦਾਂ ਦੀ ਕੋਈ ਗੱਲ ਨਾ ਕਰੋ ਜਿਹਦੀ ਗੱਲ ਦੇ ਉੱਤੇ ਕੋਈ ਉੱਥੇ ਬਖੇੜਾ ਖੜਾ ਹੋ ਸਕੇ। ਸੋ ਸਾਡੀ ਹੱਥ ਬੰਨ੍ਹ ਕੇ ਬੇਨਤੀ ਹੈ। ਅੱਜ ਦੇ ਐਪੀਸੋਡ ਦੇ ਵਿੱਚ ਇੰਨਾ ਹੀ, ਅੱਗੇ ਅਸੀਂ ਫਿਰ ਨਵੇਂ ਐਪੀਸੋਡ ਨਾਲ ਤੁਹਾਨੂੰ ਮਿਲਾਂਗੇ।